ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ 'ਤੇ ਵਿਚਾਰ ਕਰ ਰਹੇ ਹਾਂ। ਗੁਰੂ ਮਹਾਰਾਜ ਸੰਸਾਰ ਨੂੰ ਸਿੱਖਿਆ ਦਿੰਦੇ ਦਿੰਦੇ ਯੂਪੀ ਦੇ ਵਿੱਚ ਪੀਲੀਭੀਤ ਜ਼ਿਲ੍ਹਾ ਹੈ, ਉੱਥੇ ਇੱਕ ਸਥਾਨ ਹੈ ਨਾਨਕ ਮੱਤਾ, ਜਿਹਨੂੰ ਪੁਰਾਣੇ ਜ਼ਮਾਨੇ 'ਚ ਗੁਰੂ ਨਾਨਕ ਦੇਵ ਵੇਲੇ ਗੋਰਖ ਮੱਤਾ ਕਹਿੰਦੇ ਸਨ। ਕਿਉਂ ਜਿਹੜੇ ਜੋਗੀ ਗੋਰਖ ਦੇ ਚੇਲੇ ਸਨ ਉਹ ਉੱਥੇ ਰਿਹਾ ਕਰਦੇ ਸਨ, ਅਤੇ ਜੋਗੀ ਜਿਹੜੇ ਨੇ ਇਹਨਾਂ ਦਾ ਉਦੇਸ਼ ਪਰਮਾਤਮਾ ਦੀ ਪ੍ਰਾਪਤੀ ਨਹੀਂ ਸੀ। ਇਹਨਾਂ ਦਾ ਉਦੇਸ਼ ਸੀ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨਾ, ਲੋਕਾਂ ਨੂੰ ਪ੍ਰਭਾਵਿਤ ਕਰਨਾ ਅਤੇ ਖਾਣ ਪੀਣ ਦਾ ਪ੍ਰਬੰਧ ਕਰਨਾ। ਸਿੱਖ ਧਰਮ ਕਹਿੰਦਾ ਤੁਸੀਂ ਪਰਮਾਤਮਾ ਦੀ ਪ੍ਰਾਪਤੀ ਲਈ ਯਤਨ ਕਰੋ, ਇਹ ਰਿੱਧੀਆਂ ਸਿੱਧੀਆਂ ਤੁਹਾਨੂੰ ਵੈਸੇ ਹੀ ਮਿਲ ਜਾਣੀਆਂ ਨੇ। ਸਾਰਾ ਸਮਾਂ ਰਿੱਧੀਆਂ ਸਿੱਧੀਆਂ ਨਸ਼ਟ ਨਹੀਂ ਕਰਨਾ, ਇਹ ਤਾਂ ਰਸਤੇ ਦੀਆਂ ਚੀਜ਼ਾਂ ਨੇ। ਨਾਮ ਜਪਦੇ ਜਪਦੇ ਨੇ ਤਾਂ ਸਹਿਜ ਸੁਭਾਅ ਪ੍ਰਾਪਤ ਹੋ ਜਾਣਾ। ਉਦੇਸ਼ ਹੈ ਪਰਮਾਤਮਾ ਦੀ ਪ੍ਰਾਪਤੀ, ਪਰ ਉੱਥੋਂ ਤੱਕ ਇਹ ਲੋਕ ਪਹੁੰਚੇ ਨਾ, ਅੰਦਰੋਂ ਹਉਮੈ ਖਤਮ ਨਾ ਹੋਈ। ਗੁਰੂ ਮਹਾਰਾਜ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਨੇ। ਵੈਸੇ ਬੜੀਆਂ ਰਿੱਧੀਆਂ ਸਿੱਧੀਆਂ ਦੇ ਮਾਲਕ ਹਾਂ। ਕਈ ਵਾਰੀ ਵਿਚਾਰ ਵਟਾਂਦਰਾ ਕਰਨਾ ਧਰਮ 'ਤੇ ਚੰਗੀ ਗੱਲ ਹੈ, ਬਹਿਸ ਨਹੀਂ ਧਰਮ 'ਤੇ ਕਰਨੀ ਚਾਹੀਦੀ। ਇਹ ਲੋਕ ਬਹਿਸ ਕਰਿਆ ਕਰਦੇ, ਕਰਦਿਆਂ ਕਰਾਉਂਦਿਆਂ ਅਖੀਰ ਨੂੰ ਗੁਰੂ ਮਹਾਰਾਜ ਨੂੰ ਜੋਗੀਆਂ ਦੇ ਚੈਲੰਜ ਕਰਨ 'ਤੇ ਕੁਦਰਤੀ ਗੁਰੂ ਮਹਾਰਾਜ ਰੀਠੇ ਦੇ ਦਰਖਤ ਹੇਠਾਂ ਬੈਠੇ ਸੀ। ਆਪ ਜੀ ਨੂੰ ਪਤਾ ਰੀਠਾ ਕੌੜਾ ਹੁੰਦਾ। ਜਿਸ ਹਿੱਸੇ ਵੱਲ ਆਪ ਜੀ ਬੈਠੇ ਸਨ, ਆਪ ਜੀ ਨੇ ਨਿਗਾਹ ਕੀਤੀ, ਉਹ ਸਾਰਾ ਅੱਧਾ ਜਿਹੜਾ ਦਰਖਤ ਹੈ ਉਹ ਮਿੱਠਾ ਕਰਤਾ। ਜਦੋਂ ਜੋਗੀਆਂ ਨੇ ਰੀਠੇ ਖਾਧੇ ਉੱਤੇ ਮਿੱਠੇ, ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ। ਗੁਰੂ ਮਹਾਰਾਜ ਸਮਝਾਇਆ ਕਿ ਤੁਸੀਂ ਆਪਣੀ ਸ਼ਕਤੀ ਜਿਹੜੀ ਹੈ ਰਿੱਧੀਆਂ ਸਿੱਧੀਆਂ 'ਤੇ ਨਸ਼ਟ ਨਾ ਕਰੋ। ਇਸ ਤਰ੍ਹਾਂ ਹਉਮੈ ਵੱਧਦੀ ਹੈ, ਅਤੇ ਜਿਸ ਸਰੀਰ ਦੇ ਵਿੱਚ ਹਉਮੈ ਹੋਵੇ ਉਸੇ ਪਰਮਾਤਮਾ ਦਾ ਵਾਸਾ ਨਹੀਂ ਹੋਇਆ ਕਰਦਾ। ਤੁਸੀਂ ਪਰਮਾਤਮਾ ਦੀ ਪ੍ਰਾਪਤੀ ਲਈ ਭਜਨ ਬੰਦਗੀ ਕਰੋ, ਐਵੇਂ ਸਮਾਂ ਨਸ਼ਟ ਨਾ ਕਰਿਆ ਕਰੋ। ਫਿਰ ਸਮਾਂ ਪਾ ਕੇ ਉਸ ਗੋਰਖ ਮੱਤੇ ਦਾ ਨਾਮ ਨਾਨਕ ਮੱਤਾ ਹੋ ਗਿਆ। ਇਸ ਤਰ੍ਹਾਂ ਚਲਦੇ ਚਲਦੇ ਆਪ ਜੀ ਪਟਨੇ ਪਹੁੰਚੇ। ਬਾਹਰ ਜਿਹੜੇ ਬੈਠੇ, ਸ਼ਹਿਰ ਤੋਂ ਬਾਹਰ ਬੈਠੇ, ਉਹ ਕੁਦਰਤੀ ਮਰਦਾਨਾ ਜੀ ਕਹਿੰਦੇ ਵੀ ਬਾਬਾ ਜੀ ਤੁਸੀਂ ਲੋਕਾਂ ਨੂੰ ਬਹੁਤ ਕਹਿੰਦੇ ਭਾਈ ਨਾਮ ਜਪਿਆ ਕਰੋ, ਨਾਮ ਜਪਿਆ ਕਰੋ, ਇਹ ਨਾਮ ਕਿਉਂ ਨਹੀਂ ਜਪਦੇ? ਕਹਿੰਦੇ ਮਰਦਾਨਾ ਜੀ ਇਹਨਾਂ ਨੂੰ ਨਾਮ ਦੀ ਮਹਿਮਾ ਦਾ ਹੀ ਨਹੀਂ ਪਤਾ। ਜਿੰਨਾ ਚਿਰ ਮਹਾਨਤਾ ਦਾ ਨਾ ਪਤਾ ਹੋਵੇ ਉਹਨਾਂ ਚਿਰ ਨਹੀਂ ਬੰਦਾ ਇਹ ਕੰਮ ਕਰਿਆ ਕਰਦਾ। ਇਹਨਾਂ ਨੂੰ ਮਹਾਨਤਾ ਦਾ ਨਹੀਂ ਪਤਾ ਵੀ ਨਾਮ ਦੀ ਮਹਿਮਾ ਕੀ ਹੈ। ਕਹਿੰਦੇ ਲੈ ਮੈਂ ਤੈਨੂੰ ਦੱਸਦਾ। ਗੁਰੂ ਮਹਾਰਾਜ ਪੈਰ ਦੇ ਅੰਗੂਠੇ ਨਾਲ ਧਰਤੀ ਨੂੰ ਹਿਲਾਇਆ, ਹੇਠੋਂ ਇੱਕ ਬਹੁਤ ਅਤੀ ਕੀਮਤੀ ਲਾਲ ਨਿਕਲਿਆ। ਗੁਰੂ ਮਹਾਰਾਜ ਕਹਿੰਦੇ ਮਰਦਾਨਾ ਜੀ ਇਹਨੂੰ ਕੱਪੜੇ ਲਪੇਟ ਲਓ ਅਤੇ ਇਹਨੂੰ ਲੈ ਕੇ ਜਾਓ ਸ਼ਹਿਰ 'ਚ। ਇਹ ਕੋਈ ਸਸਤੇ ਭਾਅ ਵੇਚਣ ਵਾਲੀ ਚੀਜ਼ ਨਹੀਂ, ਬਹੁਤ ਮਹਿੰਗਾ ਮਰਦਾਨਾ ਜੀ, ਇਹਦਾ ਭਾਅ ਪੁੱਛਦੇ ਰਹਿਣਾ। ਪਹਿਲੀ ਦੁਕਾਨ 'ਤੇ ਗਿਆ, ਕੋਈ ਕਹਿੰਦਾ ਚੁਆਨੀ ਲੈਣੀ, ਅੱਗੇ ਗਿਆ ਕੋਈ ਕਹਿੰਦਾ ਅਠਿਆਣੀ ਲੈਣੀ, ਅਗਲੇ ਕੋਲ ਗਿਆ ਉਹ ਕਹਿੰਦੇ 5 ਗਜ਼ ਕੱਪੜਾ ਲੈਣਾ। ਕਿਸੇ ਨੇ ਵੀ ਕੀਮਤ ਨਹੀਂ ਚੱਜ ਨਾਲ ਪਾਈ। ਫਿਰ ਪੁੱਛਿਆ ਵੀ ਇੱਥੇ ਸਭ ਤੋਂ ਵੱਡਾ ਜੌਹਰੀ ਕੌਣ ਹੈ? ਕਿਸੇ ਦੱਸਿਆ ਹੋਇਆ ਸਾਲ ਸਰਾਏ। ਮਰਦਾਨਾ ਜੀ ਸਾਲ ਸਰਾਏ ਦੀ ਦੁਕਾਨ 'ਤੇ ਚਲੇ ਗਏ। ਉਹਨਾਂ ਦਾ ਨੌਕਰ ਜਿਹੜਾ ਅਦਰਕਾ ਸੀ ਉਹ ਬੈਠਾ ਸੀ। ਮਹਾਤਮਾ ਵੇਖ ਕੇ ਉਹਨਾਂ ਸਤਿਕਾਰ ਕੀਤਾ। ਮਰਦਾਨਾ ਜੀ ਕਿਹਾ ਮੈਂ ਨਾ ਲਾਲ ਵੇਚਣਾ ਹੈ। ਹੁਣ ਆਖਰਕਾਰ ਉਹ ਜੌਹਰੀ ਦਾ ਨੌਕਰ ਸੀ, ਗਿਆਨ ਤਾਂ ਉਹਨੂੰ ਸੀ,
ਉਹਨੇ ਦੇਖਿਆ ਵੀ ਲਾਲ ਤੇ ਬਹੁਤ ਜ਼ਿਆਦਾ ਕੀਮਤੀ ਹੈ। ਇੰਨੀ ਕੀਮਤ ਦਾ ਲਾਲ ਤੇ ਅੱਜ ਤੱਕ ਨਹੀਂ ਮੈਂ ਵੇਖਿਆ। ਕਹਿੰਦੇ ਮਹਾਤਮਾ ਜੀ ਤੁਸੀਂ ਬੈਠੋ, ਮੈਂ ਮਾਲਕ ਨੂੰ ਸੱਦ ਕੇ ਲਿਆਉਣਾ। ਸਾਲ ਸਰਾਏ ਨੂੰ ਸੱਦ ਲਿਆ ਤੇ ਰੱਖਾਂ। ਸਾਲ ਸਰਾਏ ਨੇ ਜਦੋਂ ਦਰਸ਼ਨ ਕੀਤੇ ਲਾਲ ਦੇ, ਉਹ ਬਹੁਤ ਪ੍ਰਭਾਵਿਤ ਹੋਇਆ। ਕਹਿੰਦਾ ਵੀ ਇੱਧਰ ਰੱਖੇ, ਇੱਕ ਥਾਲੀ ਲੈ ਕੇ ਆ, ਇੱਕ ਰੁਮਾਲ ਲੈ ਕੇ ਆ। ਉਹ ਥਾਲੀ ਲੈ, ਰੁਮਾਲ ਲੈ। ਸਾਲ ਸਰਾਏ ਨੇ ਉਹ ਲਾਲ ਥਾਲੀ 'ਚ ਰੱਖਿਆ। ਕਾਫੀ ਸਾਰੇ ਪੈਸੇ ਜਿਹੜੇ ਨੇ ਥਾਲੀ 'ਚ ਰੱਖ ਕੇ ਉੱਤੇ ਕੱਪੜਾ ਦਿੱਤਾ, ਮੱਥਾ ਟੇਕਿਆ। ਮਰਦਾਨਾ ਹੀ ਦੇਖਦੇ ਨੇ ਤਾਂ ਬਹੁਤ ਕੀਮਤ ਪਾਈ ਹੈ, ਵੀ ਇਹਨੇ ਕੀਮਤ ਪਾਈ ਹੈ। ਸਾਲ ਸਰਾਏ ਕਹਿੰਦਾ ਤੁਹਾਡਾ ਕੀ ਨਾਂ ਹੈ? ਕਹਿੰਦੇ ਮੇਰਾ ਨਾਮ ਮਰਦਾਨਾ ਹੈ। ਤੁਸੀਂ ਕਿਹਦੇ ਨਾਲ ਆਏ ਹੋ, ਕਿੱਥੋਂ ਆਏ ਹੋ? ਕਹਿੰਦੇ ਜੀ ਮੈਂ ਗੁਰੂ ਨਾਨਕ ਦੇਵ ਦਾ ਸੇਵਕ ਹਾਂ। ਕਹਿੰਦੇ ਅੱਛਾ, ਉਹ ਜਿਹੜੇ ਬੇਦੀਆਂ ਦੇ ਕੋਲ 'ਚ ਨੇ? ਕਹਿੰਦਾ ਹਾਂਜੀ, ਨਾਮ ਸੁਣਿਆ ਸੀ ਹਿੰਦੁਸਤਾਨ ਦੇ ਬਹੁਤ ਸਾਰੇ ਲੋਕਾਂ ਨੇ। ਕਹਿੰਦੇ ਮਹਾਤਮਾ ਜੀ ਇਹ ਲਾਲ ਹੈਗਾ ਬਹੁਤ ਕੀਮਤੀ, ਮੈਂ ਇਕੱਲਾ ਇਹਦੀ ਕੀਮਤ ਨਹੀਂ ਪਾ ਸਕਦਾ। ਅਤੇ ਉਹ ਕਹਿੰਦਾ ਤੁਸੀਂ ਇੰਨੇ ਪੈਸੇ ਮੱਥਾ ਟੇਕਿਆ ਹੈ? ਕਹਿੰਦੇ ਇਹ ਤਾਂ ਜਿਸ ਤੋਂ ਮੈਂ ਕੰਮ ਸਿੱਖਿਆ ਨਾ, ਉਹਨੇ ਮੈਨੂੰ ਕਿਹਾ ਸੀ ਜੇ ਤਾਂ ਬੜਾ ਕੀਮਤੀ ਲਾਲ ਵੇਖੇ ਤਾਂ ਉਹਨੂੰ ਕਾਫੀ ਸਾਰੇ ਪੈਸੇ ਰੱਖ ਕੇ ਮੱਥਾ ਟੇਕਣੇ। ਇਹ ਤਾਂ ਕਹਿੰਦੇ ਦਰਸ਼ਨੀ ਭੇਟ ਹੈ, ਇਹਦੀ ਕੀਮਤ ਨਹੀਂ ਹੈ। ਜੇ ਤੁਸੀਂ ਵੇਚਣਾ ਹੈ, ਮੈਂ ਸ਼ਹਿਰ ਦੇ ਸਾਰੇ ਜੌਹਰੀ ਸੱਦਾਂਗਾ, ਉਹ ਜਿੰਨੀ ਇਹਦੀ ਕੀਮਤ ਪਾਉਣਗੇ, ਜੇ ਮੇਰੇ ਕੋਲ ਓਨੇ ਪੈਸੇ ਹੋਏ ਮੈਂ ਖਰੀਦ ਲਾਂਗਾ, ਅਤੇ ਜੇ ਮੇਰੇ ਕੋਲ ਓਨੇ ਪੈਸੇ ਨਾ ਹੋਏ ਫਿਰ ਮੈਂ ਨਹੀਂ ਖਰੀਦ ਸਕਦਾ। ਇਹ ਤੁਸੀਂ ਲੈ ਲਓ, ਅਤੇ ਜਿਹੜਾ ਹੈ ਜਿਹੜਾ ਹੈ ਲਾਲ ਵੀ ਲੈ ਜਾਓ, ਮਾਇਆ ਵੀ ਲੈ ਜਾਓ। ਫਿਰ ਗੁਰੂ ਨਾਨਕ ਦੇਵ ਜੀ ਨੇ ਸਲਾਹ ਕਰ ਲੈਣਾ ਜੇ ਵੇਚਣਾ ਹੋਇਆ। ਤਾਂ ਮਰਦਾਨਾ ਜੀ ਵਾਪਸ ਚਲੇ ਗਏ। ਕਹਿੰਦੇ ਆ ਲਓ ਜੀ। ਕਹਿੰਦੇ ਵੀ ਇਹ ਕੋਈ ਕੀਮਤ ਪਾਈ ਉਸਨੇ? ਕਹਿੰਦੇ ਨਹੀਂ ਜੀ, ਸਾਲ ਸਰਾਏ ਜੌਹਰੀ ਹੈ, ਉਹਨੇ ਤਾਂ ਸਿਰਫ ਮੱਥਾ ਟੇਕਿਆ, ਦਰਸ਼ਨੀ ਭੇਟ ਦਿੱਤੀ ਹੈ। ਉਹ ਕਹਿੰਦਾ ਵੀ ਮੈਂ ਇਕੱਲਾ ਇਹਦੀ ਕੀਮਤ ਨਹੀਂ ਪਾ ਸਕਦਾ। ਜੇ ਤੁਸੀਂ ਇਹ ਲਾਲ ਵੇਚਣਾ ਹੋਇਆ, ਮੈਂ ਆਲੇ ਦੁਆਲੇ ਦੇ ਸਾਰੇ ਜੌਹਰੀ ਸੱਦਾਂਗਾ, ਜਿੰਨੀ ਉਹ ਕੀਮਤ ਪਾ ਦੇਣਗੇ, ਜੇ ਉਨੇ ਪੈਸੇ ਮੇਰੇ ਕੋਲ ਹੋਏ ਮੈਂ ਦੇ ਦਾਂਗਾ, ਨਹੀਂ ਤਾਂ ਤੁਸੀਂ ਆਪਣਾ ਲਾਲ ਰੱਖ ਲਓ। ਕਹਿੰਦੇ ਮਰਦਾਨਾ ਜੀ ਲੱਗੇ ਪਤਾ? ਜਿਹਨੂੰ ਲਾਲ ਦੀ ਕੀਮਤ ਦਾ ਪਤਾ ਸੀ ਉਹਨੇ ਪਾਈ ਨਾ ਸਰ ਕੀਮਤ। ਦੂਜੇ ਦੇ ਕਹਿ ਧਵਨੀ ਲੈ ਲਓ, ਚਰੀ ਲੈ ਲਓ, ਸ਼ਨੀ ਲੈ ਲਓ। ਉਹਨੂੰ ਲਾਲ ਦਾ ਪਤਾ ਹੀ ਨਹੀਂ ਸੀ, ਉਹਨੂੰ ਲਾਲ ਦੀ ਕੀਮਤ ਦਾ ਹੀ ਨਹੀਂ ਸੀ ਪਤਾ। ਹਾਂ, ਸਿਰਫ ਸਾਲ ਸਰਾਏ ਜੌਹਰੀ ਨੂੰ ਪਤਾ ਸੀ। ਇਸ ਲਈ ਮਰਦਾਨਾ ਜੀ ਇਹ ਲੋਕਾਂ ਨੂੰ ਨਾਮ ਦੀ ਕੀਮਤ ਦਾ ਹੀ ਨਹੀਂ ਪਤਾ, ਇਸ ਲਈ ਨਾਮ ਜਪਦੇ ਨਹੀਂ ਹੈਗੇ। ਜਿਹਨਾਂ ਨੂੰ ਨਾਮ ਦੀ ਕੀਮਤ ਦਾ ਪਤਾ ਨਾ, ਉਹ ਤਾਂ ਹਰ ਵਕਤ ਨਾਮ ਹੀ ਜਪਦੇ ਰਹਿੰਦੇ ਨੇ। ਨਾਮ ਜਪਣਾ ਉਹਨਾਂ ਦੀ ਜ਼ਿੰਦਗੀ ਹੁੰਦੀ ਹੈ। ਇੱਦੋਂ ਅੱਗੇ ਆਪ ਜੀ ਚਲੇ ਗਏ। ਵਾਪਸ ਆ ਰਹੇ ਨੇ, ਮੱਧ ਪ੍ਰਦੇਸ਼ 'ਚ ਆ ਗਏ ਨੇ। ਮੱਧ ਪ੍ਰਦੇਸ਼ ਦੇ ਜੰਗਲਾਂ ਦੇ ਵਿੱਚ ਕੌਡਾ ਰਾਖਸ਼ ਰਹਿੰਦਾ ਹੈ। ਨਾਮ ਤਾਂ ਉਹਦਾ ਕੌਡਾ ਸ਼ਾਹ, ਪਰ ਉਹਦੀ ਜਿਹੜਾ ਸੁਭਾਅ ਸੀ ਉਹ ਰਾਖਸ਼ਾਂ ਵਾਲਾ ਸੀ, ਦੈਂਤਾਂ ਵਾਲਾ ਸੀ। ਤੁਸੀਂ ਪੁੱਛੋਗੇ ਕਿਉਂ? ਉਹ ਜਿਸ ਗੁਰੂ ਕੋਲ ਰਿਹਾ ਕਰਦਾ ਸੀ, ਇੱਕ ਵਾਰੀ ਕਿਸੇ ਕਾਰਨ ਕੌਡੇ ਸ਼ਾਹ ਤੋਂ ਗੁਰੂ ਦੇ ਹੁਕਮ ਦੀ ਅਵੱਗਿਆ ਹੋ ਗਈ, ਅਤੇ ਗੁਰੂ ਨੇ ਗੁੱਸੇ ਹੋ ਕੇ ਕਿਹਾ ਜਾ ਰਾਖਸ਼ਾਂ, ਅਤੇ ਉਹਦੀ ਰਾਖਸ਼ ਬੁੱਧੀ ਹੋ ਗਈ।
ਕੌਡੇ ਸ਼ਾਹ ਨੇ ਬੜੇ ਤਰਲੇ ਕੀਤੇ। ਉਹ ਕਹਿੰਦੇ ਹੁਣ ਤਾਂ ਮੈਂ ਕਹਤਾ। ਇੱਕ ਦਿਨ ਆਏਗਾ ਗੁਰੂ ਨਾਨਕ ਦੇਵ ਜੀ ਆਉਣਗੇ, ਉਹ ਤੇਰਾ ਪਾਰ ਉਤਾਰਾ ਕਰਨਗੇ। ਕਹੇ ਜੀ ਮੈਨੂੰ ਕੀ ਪਤਾ ਵੀ ਜਿਹੜਾ ਆਏਗਾ ਗੁਰੂ ਨਾਨਕ ਹੀ ਹੈ, ਮੈਂ ਕਿਹੜਾ ਵੇਖਿਆ ਉਹਨਾਂ ਨੂੰ। ਗੁਰੂ ਨੇ ਇੱਕ ਸ਼ੀਸ਼ਾ ਦੇ ਦਿੱਤਾ, ਕਹਿੰਦਾ ਹੁਣ ਤੂੰ ਬੰਦੇ ਮਾਰ ਮਾਰ ਕੇ ਖਾਇਆ ਕਰੇਗਾ ਕਿਉਂਕਿ ਤੂੰ ਰਾਖਸ਼ ਹੋ ਗਿਆ। ਪਰ ਸ਼ੀਸ਼ੇ ਜਿਹੜਾ ਬੰਦਾ ਤੇਰੇ ਸਾਹਮਣੇ ਲੰਘ ਰਿਹਾ ਹੋ ਰਿਹਾ, ਸ਼ੀਸ਼ੇ 'ਚ ਵੇਖ ਲਿਆ ਕਰੇ। ਜਿਹਦੇ ਬਾਹਰੋਂ ਵੀ ਬੰਦਾ ਅਤੇ ਅੰਦਰੋਂ ਵੀ ਬੰਦਾ ਤੈਨੂੰ ਦਿਸੇ, ਉਹ ਗੁਰੂ ਨਾਨਕ ਹੋਏਗਾ। ਅਤੇ ਜਿਹੜਾ ਬਾਹਰੋਂ ਕੁਛ ਹੋਰ ਹੋਵੇ ਅਤੇ ਅੰਦਰੋਂ ਕੁਛ ਹੋਰ ਹੋਵੇ, ਉਹਨੂੰ ਤੂੰ ਖਾ ਸਕਦਾ ਕਿਉਂਕਿ ਬੰਦਾ ਨਹੀਂ ਹੈ ਉਹ। ਇਸ ਤਰ੍ਹਾਂ ਖਾਂਦਾ ਰਿਹਾ। ਗੁਰੂ ਨਾਨਕ ਦੇਵ ਅਤੇ ਮਰਦਾਨਾ ਜੀ ਉਸ ਜੰਗਲ 'ਚੋਂ ਲੰਘ ਰਹੇ ਨੇ। ਮਰਦਾਨਾ ਜੀ ਨੂੰ ਬੜੀ ਭੁੱਖ ਲੱਗੀ ਹੈ। ਕਹਿੰਦੇ ਮਹਾਰਾਜ ਜੀ ਤੁਹਾਨੂੰ ਨਾ ਭੁੱਖ ਲੱਗੇ ਨਾ ਪਿਆਸ ਲੱਗੇ, ਮੇਰੇ ਤਾਂ ਭੁੱਖ ਨਾਲ ਜਾਨ ਨਿਕਲ ਰਹੀ ਹੈ ਅਤੇ ਜੰਗਲ ਪਤਾ ਨਹੀਂ ਕਦੋਂ ਮੁੱਕੇਗਾ, ਮੈਂ ਨਹੀਂ ਤੁਹਾਡੇ ਨਾਲ ਰਹਿੰਦਾ। ਉਹ ਕਹਿੰਦੇ ਕੋਈ ਨਹੀਂ ਮਰਦਾਨਾ ਜੀ, ਤੁਸੀਂ ਮੇਰੇ ਬਹੁਤ ਪੁਰਾਣੇ ਸੰਗੀ ਹੋ, ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ। ਕੋਈ ਨਹੀਂ, ਰੋਟੀ ਪਾਣੀ ਦਾ ਹੋਰ ਪ੍ਰਬੰਧ ਹੋ ਜਾਏਗਾ ਜੋ ਜੰਗਲ ਨਾ ਜੀ ਕਹਿੰਦੇ ਮੈਂ ਨਹੀਂ ਰਹਿੰਦਾ, ਮੈਂ ਭੁੱਖੇ ਥੋੜ੍ਹੇ ਮਰਨਾ ਹੈ, ਮੈਂ ਇਸ ਲਈ ਘਰ ਬਾਹਰ ਛੇੜਾ ਦਿਨ ਰਹਿ ਕੇ ਭੁੱਖੇ ਮਰਨਾ ਮੈਂ। ਜਿਵੇਂ ਬੰਦਾ ਰੁੱਸ ਜਾਂਦਾ ਹੈ। ਉਹ ਕਹਿੰਦੇ ਦੇਖ ਤਲਵੰਡੀ ਇੱਥੋਂ ਬੜੀ ਦੂਰ ਹੈ, ਤੈਨੂੰ ਵਾਪਸੀ ਦਾ ਰਾਹ ਵੀ ਨਹੀਂ ਪਤਾ ਹੈ। ਜੰਗਲੀ ਜਾਨਵਰ ਹੁੰਦੇ ਨੇ, ਤੈਨੂੰ ਕੋਈ ਖਾ ਹੀ ਨਾ ਜਾਵੇ, ਤੂੰ ਨਾ ਜਾ। ਕਹਿੰਦਾ ਨਾ ਜੀ ਮੈਂ ਨਹੀਂ ਰਹਿੰਦਾ, ਮੈਂ ਤਾਂ ਵਾਪਸ ਜਾਣਾ। ਕਿ ਚੰਗਾ ਭਾਈ ਤੇਰੀ ਮਰਜ਼ੀ ਹੈ। ਗੁਰੂ ਮਹਾਰਾਜ ਉੱਥੇ ਬੈਠ ਗਏ, ਮਰਦਾਨਾ ਚੱਲ ਪਿਆ। ਕੁਦਰਤੀ ਜਿੱਧਰ ਜਾ ਰਹੇ ਸੀ ਰਾਹ 'ਚ ਕੌਡੇ ਰਾਖਸ਼ ਦਾ ਥਾਂ। ਕੌਡੇ ਰਾਖਸ਼ ਨੇ ਦੇਖਿਆ ਸ਼ੀਸ਼ੇ 'ਚ ਵੀ ਬਾਹਰੋਂ ਬੰਦਾ ਅੰਦਰੋਂ ਬੰਦਾ ਨਹੀਂ ਰਿਹਾ। ਤੁਸੀਂ ਪੁੱਛੋਗੇ ਕਿ ਕੀ ਮਰਦਾਨਾ ਜੀ ਅੰਦਰੋਂ ਬੰਦੇ ਨਹੀਂ ਸਨ? ਹੈ ਤੇ ਬੰਦੇ ਸਨ ਅੰਦਰੋਂ ਵੀ, ਪਰ ਆਪਣੇ ਗੁਰੂ ਨਾਲ ਨਾਰਾਜ਼ ਹੋ ਗਏ। ਉਹਨਾਂ ਨੂੰ ਛੱਡ ਕੇ ਪਿੰਡ ਨੂੰ ਵਾਪਸ ਜਾ ਰਹੇ ਹਨ, ਇਸ ਲਈ ਅੰਦਰ ਉਹ ਨਾ ਰਿਹਾ ਜੋ ਪਹਿਲਾਂ ਸੀ। ਕੌਡਾ ਰਾਖਸ਼ ਹਮੇਸ਼ਾ ਹੀ ਕਹਿੰਦੇ ਤੇਲ ਦਾ ਕੜਾਹਾ ਜਿਹੜਾ ਸੀ ਉਹ ਗਰਮ ਰੱਖਿਆ ਕਰਦਾ ਸੀ। ਜਿਹੜਾ ਕੋਲੋਂ ਲੰਘਦਾ ਸੀ ਉਹਨੂੰ ਸਾਬ ਅਤੇ ਇਹਨੂੰ ਤੇਲ ਦੇ ਕੜਾਹੇ ਭੁੰਨ ਕੇ ਤਲ ਕੇ ਖਾ ਜਾ ਕਰਦਾ ਸੀ। ਉਹਨੇ ਮਰਦਾਨਾ ਜੀ ਨੂੰ ਚੱਕ ਲਿਆ। ਮਰਦਾਨਾ ਜੀ ਕਿਹਾ ਵੇਲੇ ਗਿਆ ਮੈਂ ਤਾਂ। ਇੱਕਦਮ ਗੁਰੂ ਨਾਨਕ ਦੇਵ ਨੇ ਯਾਦ ਕੀਤਾ, ਸੱਚੇ ਪਾਤਸ਼ਾਹ ਮੈਨੂੰ ਬਚਾਓ। ਗੁਰੂ ਮਹਾਰਾਜ ਨੂੰ ਆਉਂਦਿਆਂ ਕੀ ਦੇਰ ਲੱਗਣੀ ਸੀ। ਮਰਦਾਨਾ ਜੀ ਨੂੰ ਉਹਨੇ ਬਾਹਾਂ 'ਚ ਚੱਕਿਆ ਹੋਇਆ ਹੈ, ਤੇਲ ਦੇ ਕੜਾਹੇ ਕੋਲ ਪਹੁੰਚ ਗਿਆ ਹੈ। ਉਹਦੇ ਵਿੱਚ ਸੁੱਟਣ ਲੱਗਾ ਮਰਦਾਨਾ ਕੜਾਹੇ ਦੇ ਵਿੱਚ, ਮਗਰੋਂ ਗੁਰੂ ਨਾਨਕ ਨੇ ਕਿਹਾ ਧੰਨ ਕਰਤਾਰ। ਜਿਉਂ ਹੀ ਧੰਨ ਕਰਤਾਰ ਕਿਹਾ ਅੱਗ ਬੁਝ ਗਈ, ਕੜਾਹਾ ਠੰਡਾ ਹੋ ਗਿਆ। ਉਹ ਤਾਂ ਹੱਕਾ ਬੱਕਾ ਹੋ ਗਿਆ, ਇਹ ਕੌਣ ਆਇਆ? ਮਰਦਾਨਾ ਜੀ ਨੂੰ ਰੱਖਤਾ ਹੇਠਾਂ, ਆਪਣੀ ਝੌਂਪੜੀ ਗਿਆ, ਫਟਾਫਟ ਸ਼ੀਸ਼ਾ ਵੇਖਿਆ, ਦੇਖਦਾ ਬਾਹਰੋਂ ਵੀ ਬੰਦਾ ਅੰਦਰੋਂ ਵੀ ਬੰਦਾ, ਬਸ ਇਹੀ ਗੁਰੂ ਨਾਨਕ ਹੋਏਗਾ। ਅਤੇ ਆ ਕੇ ਪੈਰੀ ਪੈ ਗਿਆ ਕਿ ਜਿਵੇਂ ਬੜੇ ਸਾਲਾਂ ਤੋਂ ਤੁਹਾਡੀ ਉਡੀਕ ਕਰ ਰਿਹਾ ਸੀ, ਮੇਰੇ 'ਤੇ ਕਿਰਪਾ ਕਰੋ। ਸਾਰੀ ਕਹਾਣੀ ਗੁਰੂ ਮਹਾਰਾਜ ਨੇ ਸੁਣੀ। ਫਿਰ ਜਿਹੜਾ ਉਸਨੂੰ ਰਾਖਸ਼ ਪੁਣੇ 'ਚੋਂ ਬਾਹਰ ਕੱਢਿਆ, ਉਹਨੂੰ ਸਿੱਖ ਧਰਮ ਦੇ ਸਿਧਾਂਤ ਸਮਝਾਏ, ਉਹ 'ਤੇ ਕਿਰਪਾ ਕਰਕੇ ਉਹਨੂੰ ਗਿਆਨ ਦਿੱਤਾ ਅਤੇ ਫਿਰ ਮੱਧ ਪ੍ਰਦੇਸ਼ ਦਾ ਉਹਨੂੰ ਪ੍ਰਚਾਰਕ ਲਾਤਾ ਸਿੱਖ ਕੌਮ ਦਾ, ਕੌਡੇ ਰਾਖਸ਼। ਪਰ ਜਿਵੇਂ ਕਹਿੰਦੇ ਨੇ ਨਾ ਕਿ ਜਿਹੜਾ ਕਲੰਕ ਹੈ ਇਹ ਮਿਟਦਾ ਨਹੀਂ ਹੈ। ਭਾਵੇਂ ਗੁਰਬਾਣੀ 'ਚ ਲਿਖਿਆ ਹੋਇਆ ਕੌਣ ਕੋ ਕਲੰਕ ਰਹਿਓ ਹਰ ਨਾਮ ਲੇਤ ਹੀ। ਪਰਮਾਤਮਾ ਦਾ ਨਾਮ ਜਪਦਿਆਂ ਕਿਹੜਾ ਕਲੰਕ ਰਹਿ ਜਾਂਦਾ, ਸਾਰੇ ਮਿਟ ਜਾਂਦੇ ਨੇ।
ਪਰ ਜੇ ਨਾਮ ਜਪੇਗਾ ਤਾਂ ਹੀ ਮਿਟਣਗੇ ਨਾ। ਬਿਨਾਂ ਨਾਮ ਜਪੇ ਕਲੰਕ ਨਹੀਂ ਮਿਟਿਆ ਕਰਦਾ। ਇਸ ਲਈ ਚਾਹੇ ਸੱਜਣ ਠੱਗ ਸੀ ਅਤੇ ਚਾਹੇ ਕੌਡਾ ਰਾਖਸ਼ ਸੀ, ਉਹਦੇ ਨਾਲ ਉਹਦੇ ਨਾਲ ਠੱਗ ਅੱਜ ਤੱਕ ਵੀ ਹੈ ਅਤੇ ਉਹਦੇ ਨਾਲ ਰਾਖਸ਼ ਦਾ ਨਾਮ ਅੱਜ ਤੱਕ ਵੀ ਨਾਲ ਹੀ ਹੈ। ਆਪ ਜੀ ਨੀਲੀ ਬਾਰ ਦੇ ਜੰਗਲ ਨੇ ਪਾਕਿਸਤਾਨ ਦੇ ਵਿੱਚ, ਉਹ ਤੋਂ ਲੱਗ ਰਹੇ ਨੇ। ਪਤਾ ਲੱਗਿਆ ਇੱਥੇ ਕਰਮੂ ਨਾਮ ਦਾ ਇੱਕ ਕੋਹੜੀ ਰਹਿੰਦਾ ਹੈ। ਕੋਹੜ ਹੋ ਗਿਆ, ਭਰਾਵਾਂ ਨੇ ਘਰੋਂ ਕੱਢਤਾ, ਬਾਹਰ ਜੰਗਲ ਦੀ ਝੌਂਪੜੀ ਪਾਤੀ ਹੈ, ਉੱਥੇ ਕਰਮੂ ਕੋਹੜੀ ਰਹਿੰਦਾ ਹੈ। ਸਵੇਰੇ ਸ਼ਾਮ ਭਰਾ ਆਉਂਦਾ, ਰੋਟੀ ਦੇ ਜਾਂਦਾ ਹੈ। ਕਿ ਉਹ ਡਰਦੇ ਸਨ ਕਿ ਸਾਨੂੰ ਵੀ ਕੋਹੜ ਨਾ ਹੋ ਜਾਏ। ਇਸ ਦੀ ਹਾਲਤ ਬਹੁਤ ਮਾੜੀ ਹੋ ਗਈ, ਕੋਈ ਨਹਾਉਣ ਧੋਣ ਵਾਲਾ ਕੋਈ ਨਹੀਂ ਹੈਗਾ। ਗੁਰੂ ਮਹਾਰਾਜ ਕਰਮੂ ਕੋਹੜੀ ਵੱਲ ਜਾ ਰਹੇ ਨੇ। ਮਰਦਾਨਾ ਜੀ ਪੁੱਛਦੇ ਨੇ ਵੀ ਮਹਾਰਾਜ ਜੀ ਇਹ ਤੇਜ਼ ਕਿੱਥੇ ਜਾ ਰਹੇ ਹੋ? ਕਹਿੰਦੇ ਭਾਈ ਇੱਕ ਆਤਮਾ ਬੜੀ ਵਿਲਕ ਰਹੀ ਹੈ, ਉਹਨੂੰ ਆਪਾਂ ਦੁੱਖ 'ਚੋਂ ਕੱਢ ਕੇ ਸੁਖੀ ਕਰਨਾ ਹੈ, ਉਹਦੇ ਵੱਲ ਜਾ ਰਹੇ। ਝਾਂਪੜੀ ਕੋਲੇ ਪਹੁੰਚੇ, ਗੁਰੂ ਨਾਨਕ ਦੀ ਆਵਾਜ਼ ਮਾਰਦੇ ਕਰਮੂ। ਉਹਨੇ ਪਹਿਲੀ ਵਾਰੀ ਇੰਨੇ ਪਿਆਰ ਨਾਲ ਕੋਈ ਨਾਮ ਸੁਣਿਆ ਆਪਣਾ। ਕਹਿੰਦੇ ਬਾਹਰ ਆ। ਉਹ ਕਹਿੰਦੇ ਮੈਂ ਕੋਹੜੀ ਹਾਂ, ਮੈਂ ਤੁਰ ਕੇ ਬਾਹਰ ਨਹੀਂ ਆ ਸਕਦਾ। ਗੁਰੂ ਮਹਾਰਾਜ ਮਰਦਾਨਾ ਜੀ ਨੇ ਕਿਹਾ ਮਰਦਾਨਾ ਜੀ ਇਹਨੂੰ ਕਿਸੇ ਤਰ੍ਹਾਂ ਘਸੀਟ ਕੇ ਬਾਹਰ ਲੈ ਆਓ। ਇੱਕ ਦਰਖਤ ਦੇ ਹੇਠਾਂ ਤਿੰਨੋਂ ਬਹਿ ਗਏ ਨੇ। ਮਰਦਾਨਾ ਜੀ ਰਵਾ ਜਾਓ। ਗੁਰੂ ਨਾਨਕ ਦੇ ਸ਼ਬਦ ਗਾਇਨ ਕਰਨਾ ਸ਼ੁਰੂ ਕਰਤਾ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਇਹ ਸ਼ਬਦ ਗਾਇਆ। ਜਿਉਂ ਜਿਉਂ ਕਰਮੂ ਕੋਹੜੀ ਸ਼ਬਦ ਸੁਣ ਰਿਹਾ, ਉਹਦਾ ਰੋਗ ਦੂਰ ਹੋ ਰਿਹਾ। ਸ਼ਬਦ ਮੁੱਕਿਆ ਅਤੇ ਉਹ ਨੌ ਬਰਨੌ ਹੋ ਗਿਆ ਹੈ। ਗੁਰੂ ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕਦਾ ਹੈ, ਬੈਠਾ ਹੈ। ਇਹਨੇ ਜਿਹਨੂੰ ਭਰਾ ਆ ਗਿਆ ਰੋਟੀ ਲੈ ਕੇ, ਉਹ ਵੇਖਦਾ ਵੀ ਕਰਮੂ ਤੇ ਬਾਹਰ ਬੈਠਾ ਹੈ। ਇਹ ਤਾਂ ਬੈਠਾ ਹੈ ਅਤੇ ਬੈਠ ਹੀ ਨਹੀਂ ਸੀ ਸਕਦਾ। ਕਿਸੇ ਦੋ ਸਾਧੂਆਂ ਨਾਲ ਗੱਲ ਕਰ ਰਿਹਾ ਹੈ। ਜਦੋਂ ਨੇੜੇ ਆਇਆ, ਉਹਨੇ ਗੁਰੂ ਮਹਾਰਾਜ ਨੂੰ ਮੱਥਾ ਟੇਕਿਆ, ਸਾਰਾ ਪੁੱਛਿਆ ਵੀ ਇਹ ਕਿਵੇਂ ਹੋਇਆ। ਗੁਰੂ ਮਹਾਰਾਜ ਦੱਸਿਆ। ਕਰਮੂ ਕੋਹੜੀ ਕਹਿੰਦਾ ਮਹਾਰਾਜ ਜੀ ਮੈਨੂੰ ਇਹ ਦੱਸੋ ਕਿ ਮੈਨੂੰ ਕੋਹੜ ਕਿਉਂ ਹੋਇਆ? ਦੇਖੋ ਕਾਰਨ ਹੁੰਦਾ। ਦੋ ਪ੍ਰਕਾਰ ਦੀਆਂ ਬਿਮਾਰੀਆਂ ਹੁੰਦੀਆਂ ਨੇ। ਇੱਕ ਉਹ ਬਿਮਾਰੀ ਹੁੰਦੀ ਜਿਹਨੂੰ ਸੀਜ਼ਨਲ ਹੁੰਦੀ ਹੈ, ਜੇ ਮੌਸਮ ਬਦਲਿਆ, ਕਿਸੇ ਜ਼ੁਕਾਮ ਹੋ ਗਈ, ਖੰਘ ਹੋ ਗਈ, ਬੁਖਾਰ ਹੋ ਗਿਆ। ਇਹ ਨੇ ਕਈਆਂ ਨੂੰ ਲੰਮੇ ਰੋਗ ਲੱਗ ਜਾਂਦੇ ਨੇ, ਉਹਨੂੰ ਕਹਿੰਦੇ ਕਰਮਕ ਰੋਗ। ਉਹ ਸਾਡੇ ਮਾੜੇ ਕਰਮਾਂ ਕਾਰਨ ਸਾਨੂੰ ਬਿਮਾਰੀ ਲੱਗ ਜਿਹੜੀ ਕਈ ਸਾਲ ਸਾਡਾ ਖਹਿੜਾ ਹੀ ਨਹੀਂ ਛੱਡਦੀ। ਕਹਿੰਦੇ ਕਰਮੂ ਤੇਰੇ ਕਰਮਾਂ ਕਾਰਨ ਤੈਨੂੰ ਕੋਹੜ ਹੋਇਆ। ਕਹੇ ਜੀ ਮੈਨੂੰ ਪਤਾ ਤਾਂ ਲੱਗੇ ਮੈਂ ਕੀ ਕਰਮ ਕੀਤਾ ਸੀ। ਕਹਿੰਦੇ ਤੂੰ ਪਿਛਲੇ ਜਨਮ ਦੇ ਵਿੱਚ ਨਾ ਜਿਹੜਾ ਮੰਦਰ ਦਾ ਪੁਜਾਰੀ ਸੀ, ਤੂੰ ਉਹਦਾ ਮਿੱਤਰ ਸੀ। ਰੋਜ਼ ਉਹਦੇ ਕੋਲ ਤੂੰ ਜਾਇਆ ਕਰਦਾ ਸੀ। ਚਲੋ ਆਪਸੀ ਪਿਆਰ ਹੋ ਗਿਆ। ਪੁਜਾਰੀ ਦੀ ਨੌਜਵਾਨ ਲੜਕੀ ਸੀ। ਇੱਕ ਦਿਨ ਪੁਜਾਰੀ ਨੂੰ ਕਿਤੇ ਜਾਣਾ ਪੈ ਗਿਆ ਹੈ ਅਤੇ ਉਹ ਕਹਿੰਦਾ ਭਾਈ ਮੇਰੀ ਥਾਂ 'ਤੇ ਤੂੰ ਇਹ ਮੰਦਰ ਖੋਲ੍ਹੀ, ਸੇਵਾ ਕਰੀ। ਕਰਮੂ ਦਾ ਮਨ ਉਸ ਲੜਕੀ 'ਤੇ ਡੋਲ ਗਿਆ ਹੈ। ਉਹਦੇ ਨਾਲ ਵੱਧ ਚਲਣੀ ਕੀਤੀ। ਅਗਲਾ ਜਦੋਂ ਪਿਤਾ ਆਇਆ, ਲੜਕੀ ਨੇ ਰੋ ਕੇ ਦੱਸਿਆ ਵੀ ਇਸ ਤਰ੍ਹਾਂ ਮੇਰੇ ਨਾਲ ਕੀਤਾ। ਕਈ ਵਾਰੀ ਬੰਦੇ ਜਿਹੜੇ ਨੇ ਉਹ ਉੱਚੀ ਅਵਸਥਾ ਦੇ ਹੁੰਦੇ ਭਜਨ ਬੰਦਗੀ 'ਚ, ਉਸ ਪੰਡਤ ਦੇ ਸ਼ਰਾਪ ਦੇ ਤੇ ਤੈਨੂੰ ਕੋਹੜ ਹੋ ਜਾਏ। ਕਹਿੰਦੇ ਕਰਮੂ
ਤੈਨੂੰ ਉਸ ਕਰਮ ਕਾਰਨ ਕੋੜ ਹੋਇਆ ਹੈ। ਤੂੰ ਬਹੁਤ ਮਾੜਾ ਕੀਤਾ ਸੀ, ਇਸ ਤੈਨੂੰ ਕੋੜ ਹੋ ਗਏ। ਪਰ ਕਿਉਂਕਿ ਤੂੰ ਬਹੁਤ ਦੁੱਖ ਝੱਲ ਲਿਆ ਹੈ, ਅਸੀਂ ਉਸ ਤੇਰਾ ਕਰਮ ਕੱਟਦਾ ਹੈ, ਤੈਨੂੰ ਠੀਕ ਕਰਦਾ ਹੈ। ਅੱਗੇ ਤੋਂ ਸਾਵਧਾਨ ਰਹਿਣਾ ਹੈ, ਅਜਿਹੇ ਕਰਮ ਨਹੀਂ ਕਰਨੇ, ਨਹੀਂ ਤਾਂ ਫਿਰ ਲੰਮੀਆਂ ਬਿਮਾਰੀਆਂ ਲੱਗਦੀਆਂ, ਮਨੁੱਖ ਦਾ ਖੜਾ ਨਹੀਂ ਛੱਡਦੀਆਂ। ਗੁਰੂ ਮਹਾਰਾਜ ਯਾਤਰਾ ਕਰਦੇ ਕਦੇ ਲਾਹੌਰ ਆ ਗਏ। ਉੱਥੇ ਇੱਕ ਸੇਠ ਸੀ ਦੁਨੀ ਚੰਦ, ਬੜਾ ਅਮੀਰ ਸੀ। ਉਹ ਆਪਣੇ ਪਿਤਾ ਦਾ ਸ਼ਰਾਧ ਕਰ ਰਿਹਾ ਹੈ। ਉਹਨੂੰ ਪਤਾ ਲੱਗਾ ਗੁਰੂ ਨਾਨਕ ਦੇਵ ਜੀ ਆਏ ਨੇ। ਉਹਨੇ ਬੇਨਤੀ ਕੀਤੀ, ਮਹਾਰਾਜ ਜੀ ਮੈਂ ਆਪਣੇ ਪਿਤਾ ਦਾ ਸ਼ਰਾਧ ਕਰ ਰਿਹਾ ਹਾਂ, ਤੁਸੀਂ ਵੀ ਆਓ ਲੰਗਰ ਪਾਣੀ ਛਕੋ। ਗੁਰੂ ਮਹਾਰਾਜ ਕਹਿੰਦੇ ਬਈ ਦੁਨੀ ਚੰਦ, ਤੇਰੇ ਪਿਤਾ ਦੀ ਗਤੀ ਹੀ ਨਹੀਂ ਹੋਈ, ਉਹ ਤੇ ਬਘਿਆੜ ਬਣਿਆ ਹੋਇਆ ਹੈ। ਆ ਜਿੰਨੇ ਦਿਨਾਂ ਤੂੰ ਲੰਗਰ ਹੈ ਉਨੇ ਦਿਨ ਦਾ ਭੁੱਖਾ ਬੈਠਾ ਤੇ ਜੰਗਲ 'ਚ। ਉਹ ਹੱਕਾ ਬੱਕਾ ਹੋ ਗਿਆ। ਕਹਿ ਜੀ ਮੈਨੂੰ ਤੇ ਪੰਡਿਤ ਕਹਿੰਦੇ ਸੀ ਤੇਰੇ ਪਿਤਾ ਦੀ ਤਾਂ ਗਤੀ ਹੋ ਗਈ ਹੈ। ਕਹਿੰਦੇ ਨਹੀਂ, ਉਹ ਤਾਂ ਬਘਿਆੜ ਬਣਿਆ ਹੋਇਆ ਹੈ। ਇਸ ਤਰ੍ਹਾਂ ਕਰ, ਤੂੰ ਥਾਲੀ 'ਚ ਲਿਆ ਲੰਗਰ ਪਾਣੀ ਜੋ ਬਣਾਏ, ਉਹ ਲੈ। ਗੁਰੂ ਮਹਾਰਾਜ ਹੱਥ ਰੱਖਦਾ ਉੱਤੇ ਭੋਜਨ 'ਤੇ, ਕਹਿੰਦੇ ਨੂੰ ਕੱਪੜੇ ਨਾਲ ਢੱਕ ਲੈ। ਆਹ ਲਾਹੌਰ ਤੋਂ ਪੇਸ਼ਾਵਰ ਨੂੰ ਜਿਹੜੀ ਸੜਕ ਜਾਂਦੀ ਹੈ ਨਾ, ਉਸ ਸੜਕ ਹੋ ਜਾ। 5 ਮੀਲ ਜੋ ਜਾਏਗਾ ਨਾ, ਖੱਬੇ ਪਾਸੇ ਨੂੰ ਇੱਕ ਸੂਆ ਜਾਏਗਾ, ਉਹ ਸੂਏ ਹੋ ਜਾਈ। ਕੁਝ ਦੂਰੀ 'ਤੇ ਜੰਗਲ ਆਏਗਾ, ਉੱਥੇ ਖਲੋ ਕੇ ਤੂੰ ਆਪਣੇ ਪਿਤਾ ਨੂੰ ਆਵਾਜ਼ ਮਾਰਨੀ ਹੈ। ਇੱਕ ਬਘਿਆੜ ਤੇਰੇ ਕੋਲ ਆਏਗਾ, ਡਰੀ ਨਾ, ਉਹ ਤੇਰਾ ਪਿਤਾ ਹੈ। ਆਹ ਭੋਜਨ ਉਹਦੇ ਅੱਗੇ ਰੱਖਦੀ, ਜਦੋਂ ਉਹ ਖਾਏਗਾ ਨਾ, ਉਹ ਬਘਿਆੜ ਤੋਂ ਮਨੁੱਖ ਬਣ ਜਾਏਗਾ, ਅਤੇ ਫਿਰ ਤੈਨੂੰ ਸਾਰਾ ਦੱਸੋ। ਉਹੀ ਗੱਲ ਉੱਥੇ ਚਲਿਆ ਗਿਆ, ਆਵਾਜ਼ ਮਾਰੀ ਹੈ, ਬਘਿਆੜ ਬਾਹਰ ਆਇਆ ਹੈ। ਉਹ ਜਿਹੜਾ ਥਾਲੀ 'ਚ ਭੋਜਨ ਲੈ ਕੇ ਅਸੀਂ ਉਹ ਅੱਗੇ ਰੱਖਤਾ, ਉਹ ਬਘਿਆੜ ਦੇ ਭੋਜਨ ਛਕਿਆ ਹੈ। ਉਹ ਬਘਿਆੜ ਤੋਂ ਮਨੁੱਖ ਜਨਮ ਉਸਨੂੰ ਜੀਵਨ ਵਿਖਾਈ ਦਿੱਤਾ, ਉਸਨੂੰ ਪੁੱਤਰ ਨੂੰ। ਕਹਿੰਦੇ ਪਿਤਾ ਜੀ ਵੀ ਮੈਨੂੰ ਤੇ ਪੰਡਿਤ ਕਹਿੰਦੇ ਸਨ ਤੇਰੇ ਪਿਤਾ ਦੀ ਗਤੀ ਹੋ ਗਈ ਹੈ। ਕਹਿੰਦੇ ਗਤੀ ਮੇਰੀ ਅੱਜ ਹੋਈ ਕਾਕਾ, ਇਹ ਗੁਰੂ ਨਾਨਕ ਦੇਵ ਜੀ ਦਾ ਪ੍ਰਸਾਦ ਮੈਂ ਖਾਧਾ ਹੈ, ਹੁਣ ਮੇਰੀ ਗਤੀ ਹੋ ਗਈ ਹੈ, ਹੁਣ ਮੈਂ ਇਹ ਸਰੀਰ ਤਿਆਗ ਕੇ ਜਾ ਰਿਹਾ ਹਾਂ। ਸੋ ਮਗਰੋਂ ਰੋਟੀਆਂ ਖਵਾਉਣ ਨਾਲ ਨਹੀਂ ਕਿਸੇ ਦੀ ਗਤੀ ਹੋਇਆ ਕਰਦੀ। ਜੇ ਆਪਣੇ ਸਵਰਗਵਾਸ ਕੋਈ ਹੋ ਗਿਆ ਕਿ ਨਹੀਂ, ਉਹਦੇ ਨਿਮਿਤ ਪਾਠ ਕਰੋ ਅਤੇ ਕਰਾਓ। ਪਾਠ ਨੇ ਜਿਹੜੇ ਉਹਦੀ ਗਤੀ ਕਰਨੀ ਹੈ, ਨਾ ਕਿ ਰੋਟੀਆਂ ਨੇ ਕਿਸੇ ਦੀ ਗਤੀ ਕਰਨੀ ਹੈ। ਸੋ ਇਸ ਲਈ ਉਹ ਕਹਿ ਦੁਨੀ ਚੰਦ, ਇਹ ਕੰਮ ਛੱਡੋ, ਆਪਣੇ ਪਿਤਾ ਦੀ ਯਾਦ ਦੇ ਵਿੱਚ ਪਾਠ ਕਰਿਆ ਕਰੋ, ਤਾਂ ਜੋ ਉਹ ਜਿਸ ਵੀ ਜੂਨੀ 'ਚ ਹੁਣ ਗਿਆ ਹੈ ਉੱਥੇ ਸੁਖੀ ਰਹੇ। ਉਹਦੀ ਗਤੀ ਹੋ ਗਈ ਹੈ, ਉਹ ਨਿਖਿਧ ਜੂਨੀ 'ਚੋਂ ਨਿਕਲ ਗਿਆ ਹੈ। ਇੱਕ ਵਾਰੀ ਗੁਰੂ ਮਹਾਰਾਜ ਦੀ ਨੌਕਰਾਣੀ ਸੀ ਤੁਲਸਾ। ਗੁਰੂ ਮਹਾਰਾਜ ਲੇਟੇ ਹੋਏ ਨੇ। ਮਾਂ ਕਹਿੰਦੀ ਨਾਨਕ ਨੂੰ ਸੱਦ ਕੇ ਲਿਆ। ਤੁਲਸਾ ਗਈ। ਗੁਰੂ ਮਹਾਰਾਜ ਸਾਰਾ ਸਰੀਰ ਢੱਕਿਆ ਹੋਇਆ, ਪੈਰ ਦਾ ਸਿਰਫ ਅੰਗੂਠਾ ਲੱਗਾ। ਉਹ ਆਵਾਜ਼ ਮਾਰਨ ਤੋਂ ਸੰਗਦੀ ਹੈ। ਪਤਾ ਨਹੀਂ ਉਹਦੇ ਮਨ 'ਚ ਕੀ ਆਇਆ। ਉਹਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੈਰ ਦੇ ਅੰਗੂਠੇ ਨੂੰ ਜੀਭ ਲਾਈ। ਜਿਉਂ ਹੀ ਜੀਭ ਲਾਈ, ਦਿਵ ਦ੍ਰਿਸ਼ਟੀ ਖੁੱਲ੍ਹ ਗਈ। ਕੀ ਦੇਖਦੇ ਹੋਏ ਗੁਰੂ ਨਾਨਕ ਦੇਵ ਜੀ ਸਮੁੰਦਰ ਦੇ ਵਿੱਚ ਕਿਸੇ ਜਹਾਜ਼ ਨੂੰ ਧੱਕਾ ਲਾ ਕੇ ਬਾਹਰ ਕੰਢੇ 'ਤੇ ਲਿਆ ਰਹੇ ਹਨ। ਮਾਂ ਨੇ ਆਵਾਜ਼ ਮਾਰੀ ਵੀ ਤੁਲਸਾ ਕੀ ਕਰਦੀ ਆ, ਨਾਨਕ ਨੂੰ ਸੱਦ ਕੇ ਲਿਆ। ਤੁਲਸਾ ਭੱਜੀ ਗਈ। ਕਹਿੰਦੇ ਮਾਤਾ ਜੀ
ਤੁਹਾਡਾ ਪੁੱਤਰ ਸੁੱਤਾ ਹੋਇਆ ਨਹੀਂ ਹੈਗਾ, ਉਹ ਤਾਂ ਸਮੁੰਦਰ ਦੇ ਵਿੱਚ ਕਿਸੇ ਦੇ ਜਹਾਜ਼ ਨੂੰ ਮੋਢਾ ਲਾ ਕੇ ਉਹਨੂੰ ਕਿਨਾਰੇ 'ਤੇ ਕਰ ਰਿਹਾ। ਕਹਿੰਦੀ ਤੁਲਸਾ, ਲੋਕ ਤੇ ਮੇਰੇ ਪੁੱਤਰ ਬਾਰੇ ਗੱਲਾਂ ਕਰਦੇ ਸਨ, ਤੂੰ ਵੀ ਇੰਝ ਹੀ ਕਹਿਣ ਲੱਗ ਪਈ, ਤੂੰ ਝੱਲੀ ਹੋ ਗਈ। ਉਹ ਤਾਂ ਸੱਚੀ ਝੱਲੀ ਹੋ ਗਈ। ਗੁਰੂ ਮਹਾਰਾਜ ਉੱਠੇ, ਮਾਤਾ ਕਹਿੰਦੇ ਪੁੱਤਰ ਤੁਲਸਾ ਇੰਝ ਕਹਿੰਦੀ ਹੈ। ਕਹਿੰਦੇ ਨਹੀਂ ਮਾਤਾ ਜੀ, ਇਹਨੂੰ ਭੁਲੇਖਾ ਲੱਗ ਗਿਆ ਹੁਣ, ਪਰ ਤੁਸੀਂ ਹੁਣ ਬੋਲ ਦਿੱਤਾ ਝੱਲੀ ਹੋ ਗਈ ਹੈ। ਅੱਛਾ, ਇਹ ਸੰਸਾਰ ਵੱਲੋਂ ਤਾਂ ਝੱਲੀ ਰਹੇਗੀ, ਪਰ ਇਹਦਾ ਰੱਬ ਨਾਲ ਇੱਕ ਦਿਨ ਮੇਲ ਹੋ ਜਾਣਾ ਹੈ। ਐਵੇਂ ਨਹੀਂ ਲੋਕ ਸਾਧੂਆਂ ਦੇ ਗੁਰੂਆਂ ਦੇ ਚਰਨਾਂ ਨੂੰ ਛੂਹੰਦੇ, ਜੀ ਵੀ ਲਾਈ ਹੈ ਨਾ ਸਿਰਫ। ਉਹਨੇ ਕਮਾਈ ਵਾਲੇ ਸਨ ਕਿ ਨਾਲ ਦੀ ਨਾਲ ਹੀ ਦਿਵ ਦ੍ਰਿਸ਼ਟੀ ਖੋਲ੍ਹਦੀ ਹੈ। ਝੱਲੀ ਵੀ ਰਹਿਣ ਦਿੱਤਾ ਹੈ ਤਾਂ ਜੋ ਲੋਕਾਂ ਨੂੰ ਪਤਾ ਹੀ ਨਾ ਲੱਗੇ ਵੀ ਕੀ ਅਵਸਥਾ ਹੈ, ਲੋਕਾਂ ਨੂੰ ਝੱਲੀ ਹੋ ਗਈ, ਝੱਲੀ ਹੋ ਗਈ। ਵੈਸੇ ਜਿਹੜੇ ਭਜਨਬੰਦੀ ਉੱਚੀ ਅਵਸਥਾ ਚੱਲੇ ਲੋਕ ਉਹਨਾਂ ਝੱਲੇ ਹੀ ਕਹਿੰਦੇ ਨੇ, ਕਿਉਂ? ਉਹ ਸੰਸਾਰ ਦੇ ਕੰਮ ਦੇ ਨਹੀਂ ਰਹਿੰਦੇ ਹੈਗੇ, ਇਸ ਲਈ ਸੰਸਾਰ ਵੱਲੋਂ ਝੱਲੇ ਹੀ ਹੋਇਆ ਕਰਦੇ ਹਨ। ਗੁਰੂ ਮਹਾਰਾਜ ਮਰਦਾਨਾ ਜੀ ਲੈ ਕੇ ਸੁਮੇਰ ਪਰਬਤ 'ਤੇ ਚਲੇ ਗਏ। ਅੱਜ ਕੱਲ੍ਹ ਆਪਾਂ ਹਿਮਾਲਾ ਪਰਬਤ ਕਹਿੰਦੇ ਹਾਂ, ਉਸ ਵੇਲੇ ਕੈਲਾਸ਼ ਪਰਬਤ ਵੀ ਕਹਿੰਦੇ ਸੀ। ਉੱਥੇ ਚਲੇ ਗਏ, ਉੱਥੇ ਜੋਗੀ ਰਹਿੰਦੇ ਸਨ, ਬੜੀ ਉਮਰਾਂ ਦੇ। ਸਿੱਖ ਧਰਮ ਤਾਂ ਕਹਿੰਦਾ ngਣ ਘਾਲੇ ਸਭ ਦਿਵਸ ਸਾਸ, ਨਾ ਵੱਢਣ ਘਟਣ ਤਿਲ ਸਾਰ। ਬੇ ਪਰਮਾਤਮਾ ਨੇ ਦਿਨ ਅਤੇ ਸਵਾਸ ਲਿਖ ਕੇ ਸਾਡੇ ਪਾਤੇ ਨੇ, ਵਧੇ ਘਟਦੇ ਨਹੀਂ। ਪਰ ਜੋ ਯੋਗ ਮਤ ਹੈ ਉਹ ਕਹਿੰਦਾ ਵੀ ਨਹੀਂ, ਉਮਰ ਨੂੰ ਵਧਾਇਆ ਜਾ ਸਕਦਾ ਹੈ। ਹੁਣ ਦਾ ਇਹ ਸਿਧਾਂਤ ਹੈ ਕਿ ਆਮ ਬੰਦਾ 1 ਮਿੰਟ 'ਚ 12 ਵਾਰ ਸਾਹ ਲੈਂਦਾ ਹੈ, ਇਸ ਲਈ ਉਹਦੀ 100 ਸਾਲ ਉਮਰ ਹੁੰਦੀ ਹੈ। ਜੇ ਉਹ 8 ਸਾਹ ਲਵੇ ਨਾ 1 ਮਿੰਟ ਦੇ ਵਿੱਚ, ਉਹਦੀ ਉਮਰ 200 ਸਾਲ ਹੋ ਸਕਦੀ ਹੈ। ਜੇ ਉਹ 4 ਸਾਹ ਲਵੇ ਮਿੰਟ ਦੇ ਵਿੱਚ, ਸਿਰਫ 4 ਵਾਰੀ ਸਾਹ ਲਵੇ, ਉਹਦੀ ਉਮਰ 300 ਸਾਲ ਹੋ ਸਕਦੀ ਹੈ। ਜੇ ਉਹ 1 ਮਿੰਟ ਸਿਰਫ 2 ਵਾਰੀ ਸਾਹ ਲਵੇ, ਉਹਦੀ ਉਮਰ 400 ਸਾਲ ਹੋ ਸਕਦੀ ਹੈ। ਅਤੇ ਜੋ 1 ਮਿੰਟ 'ਚ ਇੱਕੋ ਹੀ ਸਾਹ ਲਵੇ ਤਾਂ ਉਹਦੀ ਉਮਰ 500 ਸਾਲ ਵੀ ਹੋ ਸਕਦੀ ਹੈ। ਇਸ ਤਰੀਕੇ ਨਾਲ ਯੋਗੀਆਂ ਨੇ ਆਪਣੀ ਬੜੀ ਉਮਰ ਵਧਾਈ ਸੀ ਪ੍ਰਾਣਾਯਾਮ ਕਰ ਕਰਕੇ। ਗੁਰੂ ਮਹਾਰਾਜ ਉਸ ਵੇਲੇ 40 ਸਾਲਾਂ ਦੇ ਸਨ, ਉਹਨਾਂ ਲਈ ਤਾਂ ਬਾਲਕ ਹੀ ਸਨ। 400 ਸਾਲ ਦੇ ਸਾਧੂ ਦੇ ਸਾਹਮਣੇ 40 ਸਾਲਾਂ ਦੇ ਤਾਂ ਬੱਚੇ ਹੀ ਲੱਗੇਗਾ। ਉਹ ਬੜੇ ਹੈਰਾਨ ਹੋਏ। ਉਹ ਕਹਿੰਦੇ ਭਲਾ ਵੀ ਹੇ ਬੱਚੇ, ਤੂੰ ਕਿਸ ਸ਼ਕਤੀ ਨਾਲ ਐਡੀ ਉਚਾਈ 'ਤੇ ਆ ਗਏ? ਵੀ ਐਡੀ ਉਚਾਈ 'ਤੇ ਇਹ ਕਿਵੇਂ ਆ ਗਿਆ? ਗੁਰੂ ਮਹਾਰਾਜ ਕਹਿੰਦੇ ਅਸੀਂ ਨਾਮ ਸ਼ਕਤੀ ਨਾਲ ਆਏ ਹਾਂ, ਕਿਉਂਕਿ ਨਾਮ ਜਪਦਿਆਂ ਜਪਦਿਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ। ਇੱਕ ਸਿੱਧੀ ਐਸੀ ਹੈ ਤੁਸੀਂ ਉੱਡ ਕੇ ਦੂਜੀ ਥਾਂ 'ਤੇ ਜਾ ਸਕਦੇ ਹੋ। ਜਿਵੇਂ ਗੁਰੂ ਨਾਨਕ ਦੇਵ ਜੀ ਬੜੀ ਦੂਰ ਹੁੰਦੇ ਸਨ, ਭੈਣ ਰੋਟੀਆਂ ਪਕਾ ਰਹੀ ਹੈ, ਰੋਟੀ ਫੁੱਲ ਗਈ ਹੈ, ਅਤੇ ਕਹਿੰਦੀ ਜੇ ਅੱਜ ਮੇਰਾ ਵੀਰ ਕੋਲ ਹੁੰਦਾ ਉਹਨੂੰ ਮੈਂ ਇਹ ਪ੍ਰਸ਼ਾਦਾ ਛਕਾਉਂਦੀ, ਅਤੇ ਅੰਦਰ ਟੈਲੀਪੈਥੀ ਰਾਹੀਂ ਸੁਨੇਹਾ ਪਹੁੰਚ ਗਿਆ ਗੁਰੂ ਮਹਾਰਾਜ ਕੋਲ। ਮਰਦਾਨਾ ਜੀ ਅੱਖਾਂ ਮੀਟੋ, ਭੈਣ ਯਾਦ ਕਰਦੀ ਹੈ। ਅੱਖਾਂ ਮੀਟੀਆਂ, ਘਰ ਦੇ ਬਾਹਰ ਆ ਗਏ ਨੇ, ਕਹਿੰਦੇ ਮਰਦਾਨਾ ਜੀ ਅੱਖਾਂ ਖੋਲ੍ਹੋ, ਤੁਸੀਂ ਘਰ ਜਾਇਓ ਅਤੇ ਮੈਂ ਜੇ ਭੈਣ ਨੂੰ ਮਿਲ ਆਵਾਂ। ਅਤੇ ਆ ਗਏ ਨੇ ਅਤੇ ਭੈਣ ਨੂੰ ਦਿਸ ਰਹੇ ਨੇ। ਕਹਿੰਦੇ ਵੇ ਵੀਰ ਮੈਂ ਹੁਣੇ ਹੀ ਯਾਦ ਕੀਤਾ ਸੀ। ਕਹਿੰਦੇ ਫਿਰ ਅਸੀਂ ਹੁਣੇ ਹੀ ਆ ਗਏ। ਇਹ ਵੀ ਇੱਕ ਸਿੱਧੀ ਹੈ, ਅਤੇ ਤੁਸੀਂ 1-2 ਸੈਕਿੰਡ ਦੇ ਵਿੱਚ ਹਜ਼ਾਰਾਂ ਕਿਲੋਮੀਟਰ ਦੀ ਯਾਤਰਾ ਕਰ ਸਕਦੇ ਹੋ। ਸੋ ਕਹਿੰਦੇ ਅਸੀਂ ਨਾਮ ਸ਼ਕਤੀ ਨਾਲ ਆਏ। ਉਹਨਾਂ ਕਿਹਾ ਕੋਈ ਨਹੀਂ, ਦੇਖਦੇ ਹਾਂ।
ਇੱਕ ਜੋਗੀ ਨੇ ਇੱਕ ਮੰਡਲ ਦਿੱਤਾ ਹੈ, ਕਹਿੰਦੇ ਉਹ ਸਾਹਮਣੇ ਝੀਲ ਹੈ, ਉੱਥੇ ਪਾਣੀ ਭਰ ਕੇ ਲੈ, ਸਾਨੂੰ ਪਿਆਸ ਲੱਗੀ। ਗੁਰੂ ਮਾ ਇੱਕ ਮੰਡਲ ਲੈ ਕੇ ਪਾਣੀ ਭਰਨ ਚਲੇ ਗਏ। ਜੋਗੀਆਂ ਨੇ ਕੀ ਕੀਤਾ, ਆਪਣੀ ਰਿੱਧੀਆਂ ਸਿੱਧੀਆਂ ਵਰਤ ਕੇ ਨਾ ਉਹ ਪਾਣੀ ਦੇ ਹੀਰੇ ਮੋਤੀ ਬਣਾਤੇ, ਪਾਣੀ ਰਹਿਣੀ ਦੇ ਹੀਰੇ ਮੋਤੀ ਸਾਰੇ ਬਣਾਤੇ। ਗੁਰੂ ਮਹਾਰਾਜ ਪਹੁੰਚੇ, ਉਹ ਵੀ ਸਮਝ ਗਏ ਵੀ ਅੱਛਾ। ਗੁਰੂ ਮਹਾਰਾਜ ਵਾਪਸ ਆ ਗਏ। ਬਾਲੇ ਪਾਣੀ ਨਹੀਂ ਲੈ ਕੇ, ਕਹਿੰਦੇ ਉੱਥੇ ਪਾਣੀ ਹੈ ਹੀ ਨਹੀਂ, ਉੱਥੇ ਪਾਣੀ ਹੈ ਹੀ ਨਹੀਂ। ਕਹਿੰਦੇ ਉੱਥੇ ਹੋਰ ਕੀ ਸੀ, ਕਹਿੰਦੇ ਹੀਰੇ ਮੋਤੀ ਸਨ। ਕਹਿੰਦੇ ਉਹੀ ਲੈ ਆਉਣੇ ਸਨ। ਕਹਿੰਦੇ ਉਹਦਾ ਕੀ ਕਰਨਾ? ਕਹਿੰਦੇ ਉਹ ਜੋਗੀਓ, ਤੁਸੀਂ ਪਰਿਵਾਰ ਛੱਡਿਆ, ਤੁਸੀਂ ਘਰ-ਬਾਰ ਛੱਡਿਆ, ਇੱਥੇ ਇੰਨੀ ਠੰਡ 'ਚ ਤੁਸੀਂ ਬੈਠੇ ਹੋਏ ਹੋ, ਜੜੀਆਂ ਬੂਟੀਆਂ ਖਾ ਕੇ ਤੁਸੀਂ ਗੁਜ਼ਾਰਾ ਕਰਦੇ ਹੋ। ਜੋ ਮੋਹ ਮਾਇਆ ਛੱਡਣੀ ਸੀ ਉਹ ਤਾਂ ਤੁਸੀਂ ਛੱਡੀ ਹੋਈ ਨਹੀਂ, ਬਾਲ ਬੱਚੇ ਦੇ ਘਰ ਛੱਡੇ ਹੋ। ਜੋ ਛੱਡਣ ਵਾਲੀ ਚੀਜ਼ ਸੀ ਉਹ ਤਾਂ ਤੁਸੀਂ ਛੱਡੀ ਹੀ ਨਹੀਂ। ਇਸੇ ਤੁਹਾਨੂੰ ਤੇ ਪਰਮਾਤਮਾ ਦੀ ਪ੍ਰਾਪਤੀ ਹੋ ਹੀ ਨਹੀਂ ਸਕਦੀ, ਕਿਉਂਕਿ ਤੁਹਾਡੇ ਤੇ ਅੰਦਰ ਤੇ ਮੋਹ ਮਾਇਆ ਹੈ। ਕਹਿੰਦੇ ਜੋਗੀਓ, ਜੋ ਛੱਡਣਾ ਚਾਹੀਦਾ ਸੀ ਉਹ ਤੁਸੀਂ ਛੱਡਿਆ ਨਹੀਂ ਹੈ। ਮੋਹ ਛੱਡ ਦਿਓ, ਘਰ ਹੀ ਪਰਮਾਤਮਾ ਮਿਲ ਜਾਏਗਾ। ਪਰਿਵਾਰ ਨਹੀਂ ਛੱਡਣਾ, ਪਰਿਵਾਰ ਦਾ ਮੋਹ ਛੱਡਣਾ। ਕੱਪੜੇ ਪਾਉਣੇ ਨਹੀਂ ਛੱਡਣੇ, ਕੱਪੜਿਆਂ ਦਾ ਮੋਹ ਛੱਡਣਾ ਹੈ। ਗੱਲ ਤਾਂ ਮੋਹ ਛੱਡਣ ਦੀ ਹੈ। ਕਹਿੰਦੇ ਉਹ ਤੁਸੀਂ ਛੱਡੇ ਹੀ ਨਹੀਂ, ਇਸ ਲਈ ਗੱਲ ਤਾਂ ਤੁਹਾਡੇ ਕੋਲ ਬਣੀ ਨਾ। ਚਲੋ ਜੋਗੀ ਬਹੁਤ ਪ੍ਰਭਾਵਿਤ ਹੋਏ। ਗੁਰੂ ਮਹਾਰਾਜ ਆਪਣੇ ਭਗਤ ਨੇ, ਧਰੂਵ ਭਗਤ, ਮਰਦਾਨਾ ਨੇ ਕਹਿੰਦੇ ਚਲੋ ਮਰਦਾਨਾ ਧਰੂਵ ਭਗਤ ਨੂੰ ਮਿਲ ਕੇ ਆਈਏ। ਧਰੂਵ ਭਗਤ ਕੋਲ ਚਲੇ ਗਏ, ਕਿਉਂਕਿ ਧਰੂਵ ਭਗਤ ਗੁਰੂ ਨਾਨਕ ਦੇਵ ਤੋਂ ਪਹਿਲਾਂ ਹੋਏ ਨੇ। ਗੁਰੂ ਮਹਾਰਾਜ ਸਤਿਕਾਰ ਜੋ ਡੰਡੌਤ ਕੀਤੀ ਧਰੂਵ ਭਗਤ ਨੂੰ, ਧਰੂਵਪੁਰੀ ਚਲੇ ਗਏ। ਫਿਰ ਕਹਿੰਦੇ ਮਰਦਾਨਾ ਜੀ ਤੁਸੀਂ ਇੱਥੇ ਬੈਠੋ, ਮੈਂ ਸੱਚਖੰਡ ਜਾਵਾਂ। ਅਤੇ ਗੁਰੂ ਨਾਨਕ ਦੇ ਸਰੀਰ ਸਮੇਤ ਹੀ ਸੱਚਖੰਡ ਨੂੰ ਚਲੇ ਗਏ। ਧਰੂਵ ਭਗਤ ਹੱਕਾ ਬੱਕਾ ਰਹਿ ਗਿਆ ਵੀ ਅੱਜ ਤੱਕ ਸਰੀਰ ਸਮੇਤ ਸੱਚਖੰਡ ਗਿਆ ਹੀ ਕੋਈ ਨਹੀਂ, ਇਹ ਕਿਵੇਂ ਗਏ ਨੇ। ਅਤੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਪਸ ਆਏ ਨਾ, ਅਤੇ ਫਿਰ ਧਰੂਵ ਭਗਤ ਨੇ ਡੰਡੌਤ ਕੀਤੀ ਗੁਰੂ ਨਾਨਕ ਦੇਵ ਨੂੰ। ਕਹਿੰਦੇ ਤੁਸੀਂ ਪਹਿਲੇ ਬੰਦੇ ਹੋ ਜਿਹੜੇ ਸਰੀਰ ਸਮੇਤ ਸੱਚਖੰਡ ਗਏ ਹੋ, ਨਹੀਂ ਤਾਂ ਸਰੀਰ ਸਮੇਤ ਅੱਜ ਤੱਕ ਕੋਈ ਗਿਆ ਹੀ ਨਹੀਂ ਹੈਗਾ। ਆਪ ਜੀ ਯਾਤਰਾ ਕਰਦੇ ਕਰਦੇ ਸਾਊਦੀ ਅਰਬ ਦਾ ਇੱਕ ਸ਼ਹਿਰ ਹੈ ਮੱਕਾ, ਉੱਥੇ ਜਿਹੜੀ ਮਸੀਤ ਹੈ ਉਹਨੂੰ ਉਹ ਹੈ ਕਾਬਾ। ਜਿਵੇਂ ਅੰਮ੍ਰਿਤਸਰ ਸ਼ਹਿਰ ਹੁੰਦਾ ਹੈ, ਉੱਥੇ ਸਾਡਾ ਪੂਜਣਯੋਗ ਥਾਂ ਕੀ ਹਰਿਮੰਦਰ ਸਾਹਿਬ। ਮੱਕਾ ਤਾਂ ਸ਼ਹਿਰ ਦਾ ਨਾਮ ਹੈ, ਉੱਥੇ ਜਿਹੜੀ ਮਸੀਤ ਹੈ ਉਹਨੂੰ ਕਹਿੰਦੇ ਨੇ ਕਾਬਾ। ਗੁਰੂ ਮਹਾਰਾਜ ਬਾਹਰ ਬੈਠ ਗਏ ਨੇ, ਸ਼ਾਮ ਹੋ ਗਈ ਹੈ, ਬਾਹਰ ਬੈਠ ਗਏ। ਰਾਤ ਨੀਂਦ ਆ ਗਈ ਹੈ, ਕਾਬੇ ਵੱਲ ਪੈਰ ਕਰਕੇ ਲੇਟ ਗਏ ਨੇ। ਸਵੇਰੇ ਜਿਹੜਾ ਪੁਜਾਰੀ ਸੀ ਉਹ ਉੱਠਿਆ ਵੀ ਇਹ ਕੌਣ ਹੈ, ਕਾਬੇ ਵੱਲ ਪੈਰ ਕਰਕੇ ਬੈਠਾ ਹੈ, ਨਹੀਂ ਤਾਂ ਨਰਾਧੇ ਕਰਦੀ ਕਾਬੇ ਦੀ। ਜਿਵੇਂ ਆਪਾਂ ਗੁਰਦੁਆਰੇ ਆਈਏ, ਗੁਰੂ ਗ੍ਰੰਥ ਸਾਹਿਬ ਅਖੰਡ ਪਾਠ ਮੰਨ ਲਓ ਹੋ ਰਿਹਾ, ਤੁਸੀਂ ਲੇਟ ਗਏ ਹੋ ਤਾਂ ਸਿੱਖ ਪੈਰ ਨਹੀਂ ਕਰਦਾ ਗੁਰੂ ਮਹਾਰਾਜ ਵਾਲੇ ਪਾਸੇ, ਵੀ ਉਹਨੂੰ ਲੇਟਣਾ ਪੈ ਜਾਏ ਨਾ, ਸਿਰ ਉਧਰਲੇ ਪਾਸੇ ਰੱਖਦਾ ਹੈ, ਪੈਰ ਨਹੀਂ ਉਧਰ ਨੂੰ ਕਰਦਾ, ਸਤਿਕਾਰ ਵਜੋਂ। ਉਹਨੇ ਆ ਕੇ ਲੱਤ ਮਾਰੀ, ਆ ਕੇ ਕਹਿੰਦੇ ਤੈਨੂੰ ਇੰਨਾ ਪਤਾ ਨਹੀਂ, ਤੂੰ ਜਿਹੜਾ ਅੱਲਾ ਦੇ ਘਰ ਵੱਲ ਪੈਰ ਕੀਤੇ ਹੋਏ ਹਨ। ਗੁਰੂ ਮਹਾਰਾਜ ਕਹਿੰਦੇ ਭਾਈ ਜਿੱਥੇ ਅੱਲਾ ਨਹੀਂ ਨਾ ਹੈਗਾ, ਤੂੰ ਸਾਡੇ ਪੈਰ ਉਧਰ ਨੂੰ ਕਰ ਦੇ। ਉਹਨੇ ਪੈਰ ਫੜ ਕੇ ਘਸੀਟਣੇ ਸ਼ੁਰੂ ਕਰਤੇ। ਉਹ ਜਿਉਂ ਹੀ ਪੈਰ ਇੱਧਰ ਉੱਧਰ ਨੂੰ ਕਰਦਾ ਹੈ, ਮੱਕਾ ਵੀ ਇੱਧਰ ਉੱਧਰ ਨੂੰ ਹੋ ਜਾਂਦਾ ਹੈ।
ਉਹਨੇ ਪੈਰ ਘੁਮਾ ਤੇ ਕੀ ਦੇ ਮੱਕਾ ਵੀ ਘੁੰਮ ਗਿਆ। ਉਹ ਤਾਂ ਡਰ ਗਿਆ ਵੀ ਇਹ ਤਾਂ ਪਤਾ ਨਹੀਂ ਕੌਣ ਆ ਗਿਆ ਹੈ, ਇਹਨੇ ਤਾਂ ਮੱਕਾ ਕਾਬਾ ਹੀ ਘੁਮਾ ਦਿੱਤਾ ਹੈਗਾ। ਸਵੇਰੇ ਲੋਕਾਂ ਨੇ ਰੌਲਾ ਪੈ ਗਿਆ ਹੈ। ਚਲੋ ਗੁਰੂ ਮਹਾਰਾਜ ਸਮਝਾਇਆ, ਭਾਈ ਅੱਲਾ ਤਾਂ ਸਭ ਪਾਸੇ ਹੈ। ਇਹ ਮਤ ਸੋਚੋ ਕਿ ਅੱਲਾ ਕਾਬੇ ਦੇ ਵਿੱਚ ਹੀ ਬੈਠਾ ਹੋਇਆ ਹੈ, ਉਹ ਤਾਂ ਸਭ ਪਾਸੇ ਬੈਠਾ ਹੋਇਆ ਹੈ। ਇਸ ਨਾਲ ਮੁਸਲਮਾਨ ਵੀਰ ਹੁਣ ਵੀ ਜਦੋਂ ਨਮਾਜ਼ ਪੜ੍ਹਦੇ ਨੇ, ਹਿੰਦੁਸਤਾਨ ਦੇ ਪੱਛਮ ਵਾਲੇ ਪਾਸੇ ਮੱਕਾ ਹੈ, ਇਸ ਲਈ ਪੱਛਮ ਵਾਲੇ ਪਾਸੇ ਨੂੰ ਹੀ ਮੂੰਹ ਕਰਕੇ ਨਮਾਜ਼ ਪੜ੍ਹਦੇ ਨੇ, ਮੱਕੇ ਵੱਲ ਨੂੰ ਹੀ ਮੂੰਹ ਕਰਕੇ ਨਮਾਜ਼ ਪੜ੍ਹਦੇ ਹਨ। ਸੋ ਗੁਰੂ ਨੇ ਕਿਹਾ ਅੱਲਾ ਸਭ ਪਾਸੇ ਹੈ, ਕੋਈ ਇੱਕ ਥਾਂ 'ਤੇ ਉਹ ਨਹੀਂ ਬੈਠਾ ਹੋਇਆ ਹੈ, ਉਹ ਸਭ ਪਾਸੇ ਹੈ। ਆਪ ਜੀ ਯਾਤਰਾ ਕਰਦੇ ਕਰਦੇ ਇਟਲੀ ਪਹੁੰਚ ਗਏ। ਇਟਲੀ ਦੀ ਰਾਜਧਾਨੀ ਰੋਮ। ਉਹ ਤੋਂ ਰਾਜਾ ਸੀ ਕਰੂਨ, ਹਮੀਦ ਕਰੂਨ। ਉਂਝ ਕਾਰੂ ਬਾਦਸ਼ਾਹ ਕਰਕੇ ਉਹ ਪ੍ਰਸਿੱਧ ਸੀ। ਦੇਖਿਆ ਵੀ ਬਹੁਤ ਗਰੀਬੀ ਹੈ, ਕੱਚੇ ਘਰ ਨੇ, ਲੋਕਾਂ ਦੇ ਸੜੇ ਜਿਹੇ ਕੱਪੜੇ ਨੇ, ਚਿਹਰੇ ਕਮਜ਼ੋਰ ਨੇ, ਵੀ ਤਾਂ ਬਹੁਤ ਗਰੀਬ ਨੇ। ਗੁਰੂ ਮਹਾਰਾਜ ਨੇ ਲੋਕਾਂ ਨੂੰ ਪੁੱਛਿਆ ਵੀ ਤੁਸੀਂ ਇੰਨੇ ਗਰੀਬ ਕਿਉਂ ਹੋ? ਉਹ ਕਹਿੰਦੇ ਸਾਡਾ ਰਾਜਾ ਲਾਲਚੀ ਹੈ ਜੀ, ਉਹਨੇ ਇੰਨੇ ਟੈਕਸ ਲਾਤੇ ਨੇ ਕਿ ਲੋਕ ਗਰੀਬ ਹੋ ਗਏ ਨੇ, ਆਪਣੇ ਖਜ਼ਾਨੇ 'ਚ ਮਾਇਆ ਇਕੱਠੀ ਕਰਦਾ ਰਹਿੰਦਾ। ਗੁਰੂ ਮਹਾਰਾਜ ਕਹਿੰਦੇ ਅੱਛਾ। ਗੁਰੂ ਮਹਾਰਾਜ ਉਹਦੇ ਮਹਿਲਾਂ ਚਲੇ ਗਏ। ਉਹਦੇ ਦੇ ਮੇਨ ਗੇਟ ਖੁੱਲ੍ਹੇ। ਜਿਹੜਾ ਦਰਬਾਨ ਸੀ ਗੇਟ ਕੀਪਰ, ਉਹਨੂੰ ਕਹਿੰਦੇ ਰਾਜੇ ਨੂੰ ਅੰਦਰ ਜਾ ਕੇ ਕਹਿ ਵੀ ਹਿੰਦੁਸਤਾਨ ਤੋਂ 2 ਸਾਧੂ ਆਏ ਤੁਹਾਨੂੰ ਮਿਲਣ। ਰਾਜਾ ਉਂਝ ਸਾਧੂਆਂ ਦਾ ਸਤਿਕਾਰ ਕਰਦਾ ਸੀ। ਰਾਜਾ ਬਾਹਰ ਆ ਰਿਹਾ ਹੈ। ਗੁਰੂ ਮਹਾਰਾਜ ਨੇ ਉੱਥੇ ਟੁੱਟੇ ਹੋਏ ਵੰਗਾਂ ਪਈਆਂ, ਉਹ ਚੱਕਣੀਆਂ ਸ਼ੁਰੂ ਕਰਤੇ, ਕਿਤੋਂ ਕਿੱਲ ਚੱਕਣੇ ਸ਼ੁਰੂ ਕਰਤੇ, ਕਿਤੋਂ ਠੀਕਰੀਆਂ ਚੱਕਣੀਆਂ ਸ਼ੁਰੂ ਕਰਤੀ। ਇਸ ਤਰ੍ਹਾਂ ਕਰ ਰਹੇ ਨੇ। ਇੰਨੇ ਚਿਰ ਰਾਜਾ ਆ ਗਏ। ਮਹਾਤਮਾ ਜੀ ਆਹ ਕੀ ਕਰ ਰਹੇ ਹੋ? ਕਹਿੰਦੇ ਇੱਥੇ ਹੀ ਦੱਸਾਂ ਕਿ ਅੰਦਰ ਜਾ ਕੇ ਦੱਸਾਂ? ਕਹਿੰਦੇ ਨਹੀਂ, ਅੰਦਰ ਆ ਜਾਓ। ਚਲੇ ਗਏ। ਹਾਂ ਮਹਾਤਮਾ ਜੀ ਦੱਸੋ, ਤੁਸੀਂ ਇਹ ਟੁੱਟੀਆਂ ਫੁੱਟੀਆਂ ਚੀਜ਼ਾਂ ਕਿਉਂ ਇਕੱਠੀਆਂ ਕਰ ਰਹੇ ਹੋ? ਕਹਿੰਦੇ ਰਾਜਨ ਅਸੀਂ ਮਰਨ ਤੋਂ ਬਾਅਦ ਇਹਨਾਂ ਨੂੰ ਨਾਲ ਲੈ ਕੇ ਜਾਣਾ, ਇਸ ਲਈ ਇਕੱਠੀਆਂ ਕਰ ਰਹੇ। ਮਹਾਤਮਾ ਜੀ ਤੁਸੀਂ ਵੀ ਭੋਲੇ ਹੋ। ਕਦੇ ਮਰਨ ਤੋਂ ਬਾਅਦ ਇਹੋ ਚੀਜ਼ਾਂ ਨਾਲ ਜਾਂਦੀਆਂ ਨੇ? ਗੁਰੂ ਮਹਾਰਾਜ ਕਹਿੰਦਾ ਮਤਲਬ ਇਹਨੂੰ ਗਿਆਨ ਤਾਂ ਹੈ, ਇਹਨੂੰ ਸਮਝਾਇਆ ਜਾ ਸਕਦਾ, ਇਹਨੂੰ ਗਿਆਨ ਹੈ ਵੀ ਨਾਲ ਨਹੀਂ ਜਾਂਦੇ। ਕਹਿੰਦੇ ਰਾਜਨ ਇਹ ਨਾਲ ਨਹੀਂ ਜਾਂਦੀਆਂ? ਕਹਿੰਦੇ ਨਾ ਜੀ, ਸਾਰੇ ਧਾਰਮਿਕ ਗ੍ਰੰਥਾਂ 'ਚ ਲਿਖਿਆ ਨਾਲ ਨਹੀਂ ਜਾਂਦੀਆਂ। ਜਿੰਨੇ ਮੇਰੇ ਸਾਹਮਣੇ ਮਰੇ ਨੇ ਕਿਸੇ ਨੂੰ ਮੈਂ ਕੁਛ ਨਾਲ ਲਿਜਾਂਦੇ ਦੇਖਿਆ ਨਹੀਂ ਹੈਗਾ। ਕਹਿੰਦੇ ਰਾਜਨ ਜੇ ਇਹ ਚੀਜ਼ਾਂ ਨਾਲ ਨਹੀਂ ਜਾਂਦੀਆਂ, ਫਿਰ ਤੂੰ ਇੰਨਾ ਧਨ ਇਕੱਠਾ ਕੀਤਾ ਲੋਕਾਂ 'ਤੇ ਟੈਕਸ ਲਾ ਕੇ, ਕੀ ਉਸ ਧਨ ਨੂੰ ਤੂੰ ਨਾਲ ਲੈ ਜਾਏਗਾ? ਨਾਲ ਲੈ ਜਾਏਗਾ। ਰਾਜਾ ਸ਼ਰਮਿੰਦਾ ਹੋ ਗਿਆ। ਕਹਿੰਦੇ ਦੱਸੋ ਫਿਰ ਮੈਂ ਕੀ ਕਰਾਂ? ਕਹਿੰਦੇ ਤੁਸੀਂ ਰਾਜੇ ਹੋ, ਪ੍ਰਜਾ ਤੁਹਾਡਾ ਇੱਕ ਪਰਿਵਾਰ ਹੈ, ਤੁਹਾਡੇ ਧੀ ਪੁੱਤਰ ਨੇ, ਸਗੋਂ ਉਹਨਾਂ ਦੀ ਪਾਲਣਾ ਪੋਸ਼ਣਾ ਕਰਨੀ ਚਾਹੀਦੀ ਹੈ। ਇਹ ਧਨ ਨਾਲ ਲੰਗਰ ਲਾਓ, ਗਰੀਬਾਂ ਦੀ ਸਹਾਇਤਾ ਕਰੋ, ਅੱਗੇ ਤੋਂ ਟੈਕਸ ਘਟਾਓ, ਲੋਕਾਂ ਦਾ ਭਲਾ ਹੋਏਗਾ, ਤੁਹਾਨੂੰ ਅਸੀਸ ਦੇਣਗੇ। ਅਤੇ ਉਹਨੇ ਗੁਰੂ ਮਹਾਰਾਜ ਕਿਹਾ ਜੀ ਅੱਜ ਤੋਂ ਸ਼ੁਰੂ ਹੋ ਜਾਏਗਾ ਤੁਹਾਡਾ ਕੰਮ। ਕੁਝ ਸਮੇਂ ਬਾਅਦ ਹੀ ਲੋਕਾਂ ਦੀ ਹਾਲਤ ਬਦਲਣੀ ਸ਼ੁਰੂ ਹੋਤੀ ਅਤੇ ਰੋਮ ਦੇ ਲੋਕ ਬੜੇ ਗੁਰੂ ਮਹਾਰਾਜ ਦੇ ਧੰਨਵਾਦੀ ਹੋਏ ਵੀ ਇਹ ਮਹਾਤਮਾ ਆਏ ਨੇ ਅਤੇ ਸਾਡੇ ਰਾਜੇ ਦੇ ਸੁਭਾਅ ਹੀ ਬਦਲ ਕੇ ਰੱਖ ਦਿੱਤਾ। ਤਾਂ ਬਦਲਦੀ ਮਹਾਤਮਾ ਹੁੰਦੇ ਹੀ ਇਸੇ ਲਈ ਨੇ। ਉਹਨਾਂ ਦੇ ਬੋਲਾਂ 'ਚ ਤਾਕਤ ਹੀ ਇੰਨੀ ਹੁੰਦੀ ਹੈ ਕਿ ਕੋਈ ਨਾ ਕਰ ਹੀ ਨਹੀਂ ਸਕਦਾ ਹੁੰਦਾ। ਜਿੰਨੀ ਜ਼ਿਆਦਾ ਕਮਾਈ ਹੋਏਗੀ
ਉਨੀ ਹੀ ਬੋਲਾਂ 'ਚ ਤਾਕਤ ਹੁੰਦੀ ਹੈ ਬੰਦੇ ਦੇ। ਬਗਦਾਦ ਚਲੇ ਗਏ। ਇਰਾਕ ਦੀ ਰਾਜਧਾਨੀ ਹੈ ਬਗਦਾਦ। ਕਿਸੇ ਸਮੇਂ ਬਗਦਾਦ ਮੁਸਲਮਾਨਾਂ ਦਾ ਗੜ੍ਹ ਹੁੰਦਾ ਸੀ। ਉੱਥੋਂ ਜਿਹੜਾ ਪੀਰ ਸੀ ਦਸਤਗੀਰ, ਉਹਦਾ ਸਾਰੇ ਮੁਸਲਮਾਨ 'ਤੇ ਹੁਕਮ ਚੱਲਿਆ ਕਰਦਾ ਸੀ। ਉਹ ਜੋ ਕਹਿੰਦਾ ਸੀ ਸਾਰੇ ਮੁਸਲਮਾਨ ਮੰਨਦੇ ਹੁੰਦੇ ਸਨ। ਜਿਵੇਂ ਆਪਣੇ ਅਕਾਲ ਤਖ਼ਤ ਦੇ ਜਥੇਦਾਰ ਜੀ ਨੇ, ਉਹ ਕੋਈ ਕਹਿੰਦੇ ਤਾਂ ਕੌਮ ਮੰਨਦੀ ਉਹਨਾਂ ਦੇ ਹੁਕਮ ਨੂੰ। ਉੱਥੇ ਚਲੇ ਗਏ। ਕਹਾਣੀ ਥੋੜ੍ਹੀ ਲੰਮੀ ਹੈ। ਗੁਰੂ ਮਹਾਰਾਜ ਜਦੋਂ ਉੱਥੇ ਗਏ, ਮੜੀਆਂ ਵਿੱਚ ਬਹਿ ਗਏ। ਅੰਮ੍ਰਿਤ ਵੇਲਾ ਹੋਇਆ ਹੈ। ਤੁਰਵੇਂ ਮਰਦਾਨਾ ਜੀ ਰਬਾਬ ਵਜਾਓ। ਜੇ ਰਬਾਬ ਵਜਾਈ, ਕੀਰਤਨ ਸ਼ੁਰੂ ਹੋ ਗਿਆ। ਜਿਹ ਚੰਦ ਲੱਖੇ ਆਕਾਸ਼ ਨੇ, ਲੱਖੇ ਪਤਾਲ ਨੇ। ਲੱਖ ਆਕਾਸ਼ਾਂ ਆਕਾਸ਼, ਲੱਖ ਪਤਾਲਾਂ ਪਤਾਲ। ਇਹ ਸ਼ਬਦ ਗਾਇਨ ਕੀਤਾ। ਅੰਮ੍ਰਿਤ ਵੇਲਾ ਸੀ, ਸ਼ਾਂਤੀ ਸੀ। ਧਾਰਮਿਕ ਬੰਦੇ ਸਾਰੇ ਜਾਗਦੇ ਸਨ। ਦਸਤਗੀਰ ਵੀ ਜਾਗਦਾ ਸੀ। ਜਦੋਂ ਉਹਨੇ ਸੁਣਿਆ ਵੀ ਲੱਖਾਂ ਆਕਾਸ਼ ਨੇ, ਲੱਖਾਂ ਪਤਾਲ ਨੇ, ਇਹ ਕਿਹੜਾ ਕਾਫਰ ਆ ਗਿਆ ਹੈ, ਇਹ ਕਿਹੜਾ ਝੂਠ ਬੋਲ ਰਿਹਾ ਹੈ। ਮੁਹੰਮਦ ਸਾਹਿਬ ਤਾਂ ਕਹਿੰਦੇ 7 ਆਕਾਸ਼ ਨੇ, 7 ਪਤਾਲ ਨੇ, ਇਹ ਕਹਿੰਦੇ ਲੱਖਾਂ ਆਕਾਸ਼ ਨੇ, ਲੱਖਾਂ ਪਤਾਲ ਨੇ। ਕਹਿੰਦੇ ਇਹ ਨਿਰਾਦਰੀ ਕਰਦਾ ਹੈ। ਪੱਥਰ ਲੈ ਜਾ ਆਪਣੇ ਸੇਵਕਾਂ ਨੂੰ, ਕਹਿੰਦਾ ਪੱਥਰ ਮਾਰ ਮਾਰ ਕੇ ਮਾਰ ਦਿਓ। ਇਹਨੇ ਚਿਰ ਦਿਨ ਚੜ੍ਹ ਗਿਆ ਹੈ। ਔਰ ਯਾਲੀ ਕਰਦੇ ਹੋਏ ਮਰਦਾਨਾ ਜੀ ਕਹਿੰਦੇ ਬਾਬਾ ਜੀ ਖੈਰ ਨਹੀਂ ਹੈ। ਇਹ ਪੱਥਰ ਚੱਕੇ ਨੇ, ਆਪਾਂ ਨੂੰ ਮਾਰਨ ਆ ਰਹੇ ਨੇ। ਗੁਰੂ ਨਾਨਕ ਦੇਵ ਕਹਿੰਦੇ ਦੇਖ ਮਰਦਾਨੇ ਰੰਗ ਕਰਤਾਰ ਦੇ। ਜਦੋਂ ਨੇੜੇ ਆਇਆ ਨਾ, ਹੱਥ ਚੱਕ ਕੇ ਲੱਗਿਆ ਮਾਰਨ। ਗੁਰੂ ਮਹਾਰਾਜ ਦੇ ਹੱਥਾਂ ਵੱਲ ਵੇਖਿਆ, ਉੱਥੇ ਖੜੇ ਕਰਦੇ। ਜਿੱਥੇ ਕਿਹਦਾ ਹੱਥ ਸੀ ਉੱਥੇ ਹੀ ਰਹਿ ਗਿਆ। ਬੁੱਤ ਬਣਾ ਕੇ ਖੜੇ ਕਰਦੇ, ਬੋਲ ਵੀ ਨਹੀਂ ਸਕਦੇ, ਉੱਥੇ ਖੜੇ ਨੇ। ਚੁੱਪ ਚਾਂ ਹੋ ਗਈ। ਕਿੰਨੀ ਦੇਰ ਉਡੀਕਿਆ ਦਸਤਗੀਰ ਨੇ ਵੀ ਰੌਲਾ ਗੋਲਾ ਵੀ ਕੋਈ ਨਹੀਂ ਪਿਆ। ਜੇ ਮਾਰ ਦਿੰਦੇ ਤਾਂ ਰੌਲਾ ਪਾਉਂਦੇ ਵਾਪਸ ਆ ਜਾਣਾ ਸੀ। ਇੱਕ ਬੰਦਾ ਹੀ ਨਹੀਂ ਉਹਨਾਂ ਤੋਂ ਮਰਿਆ, ਇੰਨੀਆਂ ਸੈਂਕੜੇ ਦਾ। ਉਹਨੇ ਇੱਕ ਹੋਰ ਬੰਦਾ ਭੇਜਿਆ, ਜਾ ਪਤਾ ਕਰ। ਉਹਨੇ ਜਾ ਕੇ ਦੱਸਿਆ, ਦਸਤਗੀਰ ਜੀ ਇਹ ਤਾਂ ਕੋਈ ਬਹੁਤ ਵੱਡਾ ਸਾਧੂ ਆ ਗਿਆ। ਹੁਣ ਤੇ ਸਾਰੇ ਬੁੱਤ ਬਣਾ ਕੇ ਖੜੇ ਕਰਤੇ ਨੇ, ਕੋਈ ਬੋਲ ਵੀ ਨਹੀਂ ਸਕਦਾ। ਜਿੱਥੇ ਕਿਹਦਾ ਹੱਥ ਉੱਥੇ ਉਹਦਾ ਹੱਥ ਹੈ। ਦਸਤਗੀਰ ਆਪ ਆ ਗਿਆ, ਆ ਕੇ ਬੇਨਤੀ ਕਰਦਾ ਵੀ ਇਹਨਾਂ ਦੇ ਹੱਥ ਠੀਕ ਕਰੋ ਜੀ। ਗੁਰੂ ਮਹਾਰਾਜ ਨੇ ਨਿਗਾਹ ਮਾਰੀ, ਹੱਥ ਹੇਠਾਂ ਹੋ ਗਏ ਨੇ, ਪੱਥਰ ਸਭ ਨੇ ਸੁੱਟਦੇ ਨੇ। ਗੁਰੂ ਮਹਾਰਾਜ ਕਹਿੰਦੇ ਬਹਿ ਜਾਓ ਭਾਈ ਸਾਰੇ। ਦਸਤਗੀਰ ਹੁਣ ਵਿਚਾਰ ਵਟਾਂਦਰਾ ਕਰਦਾ ਹੈ। ਕਹਿੰਦੇ ਸਾਡੇ ਤਾਂ ਮੁਹੰਮਦ ਸਾਹਿਬ ਕਹਿੰਦੇ ਨੇ 7 ਆਕਾਸ਼ ਨੇ, 7 ਪਤਾਲ ਨੇ। ਤੁਸੀਂ ਹੁਣ ਘਰ ਅਸੀਂ ਲੱਖਾਂ ਆਕਾਸ਼ ਨੇ, ਲੱਖਾਂ ਪਤਾਲ। ਕਹਿੰਦੇ ਦਸਤਗੀਰ ਜੀ ਉਹਨਾਂ ਨੂੰ 7 ਆਕਾਸ਼ ਤੇ 7 ਪਤਾਲ ਦਿਸੇ। ਉਹਨਾਂ ਨੇ 7 ਆਕਾਸ਼ ਤੇ 7 ਪਤਾਲ ਕਹਤੇ। ਸਾਨੂੰ ਲੱਖਾਂ ਆਕਾਸ਼ ਤੇ ਲੱਖਾਂ ਪਤਾਲ ਦਿਸੇ। ਅਸੀਂ ਲੱਖਾਂ ਆਕਾਸ਼ ਤੇ ਲੱਖਾਂ ਪਤਾਲ ਕਹਿ ਰਹੇ, ਗਲਤ ਕੋਈ ਨਹੀਂ ਹੈਗੇ। ਉਹਨਾਂ ਨੇ ਜਿੰਨਾ ਗਿਆਨ ਸੀ ਉਹਨਾਂ ਨੂੰ ਉਹਨਾਂ ਕਹਿਤਾ, ਜਿੰਨਾ ਸਾਨੂੰ ਗਿਆਨ ਉਹਨਾਂ ਕਹਿਤਾ। ਵਿਚਾਰ ਵਟਾਂਦਰਾ। ਦਸਤਗੀਰ ਪ੍ਰਭਾਵਿਤ ਹੋ ਕੇ ਆਪਣੇ ਘਰ ਲੈ ਗਏ। ਚਲੋ ਇੱਕ ਦਿਨ ਕਿ 18 ਦਿਨ ਗੁਰੂ ਨਾਨਕ ਦੇਵ ਜੀ ਨੇ ਦਸਤਗੀਰ ਨੇ ਆਪਣੇ ਕੋਲ ਰੱਖਿਆ। ਵਿਚਾਰ ਵਟਾਂਦਰਾ ਕਰਦੇ ਰਹੇ। ਦੇਖਿਆ ਵੀ ਤਾਂ ਬੜਾ ਸਿਆਣਾ ਬੰਦਾ ਹੈ, ਲਾਭ ਉਠਾਓ ਇਸ ਤੋਂ। ਇੱਕ ਦਿਨ ਸਭਾ ਲੱਗੀ ਹੋਈ ਸੀ। ਦਸਤਗੀਰ ਆਪਣੀ ਉੱਚੀ ਗੱਦੀ 'ਤੇ ਬੈਠਾ ਹੋਇਆ। ਗੁਰੂ ਨਾਨਕ ਦੇਵ ਜੀ ਹੇਠਾਂ ਬੈਠੇ ਨੇ। ਦਸਤਗੀਰ ਕਹਿੰਦਾ ਵੀ ਨਾਨਕ ਜੀ ਮੈਂ ਇੱਕ ਪ੍ਰਸ਼ਨ ਤੁਹਾਡੇ ਤੋਂ ਪੁੱਛਣਾ। ਕਹਿੰਦੇ ਹਾਂ ਪੁੱਛੋ। ਕਹਿੰਦੇ ਜੇ ਅੱਲਾ ਹੈ ਤਾਂ ਦਿਸਦਾ ਕਿਉਂ ਨਹੀਂ? ਗੁਰੂ ਮਹਾਰਾਜ ਕਹਿੰਦੇ ਦੁੱਧ ਦਾ ਇੱਕ ਛੰਨਾ ਮੰਗਾਓ। ਪਹਿਲਾਂ ਛੰਨੇ ਹੁੰਦੇ ਸਨ, ਹੁਣ ਤਾਂ ਸ਼ਾਇਦ ਨਹੀਂ। ਅੱਜ ਦੇ ਬੱਚਿਆਂ ਨੂੰ ਪਤਾ ਵੀ ਛੰਨਾ ਕੀ ਹੁੰਦਾ ਹੈ। ਆ ਗਿਆ ਜੀ।
ਦਸਤਗੀਰ ਨੂੰ ਕਹਿੰਦੇ ਦਸਤਗੀਰ ਜੀ ਵੇਖੋ ਇਸ 'ਚ ਕੀ ਹੈ। ਉਹਨੇ ਧਿਆਨ ਨਾਲ ਵੇਖਿਆ, ਕਹਿੰਦੇ ਕੁਛ ਨਹੀਂ ਹੈ। ਨਹੀਂ ਜੀ ਧਿਆਨ ਨਾਲ ਵੇਖੋ। ਫਿਰ ਦਸਤਗੀਰ ਨੇ ਵੇਖਿਆ, ਕਹਿੰਦੇ ਜੀ ਕੁਛ ਨਹੀਂ ਹੈ। ਨਹੀਂ, ਕਹਿੰਦੇ ਦਸਤਗੀਰ ਜੀ ਇਸ 'ਚ ਕੁਛ ਹੈ, ਧਿਆਨ ਨਾਲ ਵੇਖੋ। ਫਿਰ ਵੇਖਿਆ ਜੀ, ਕਹਿੰਦੇ ਕੁਛ ਨਹੀਂ ਇਹਦੇ 'ਚ। ਗੁਰੂ ਨਾਨਕ ਦੇਵ ਜੀ ਕਹਿੰਦੇ ਦਸਤਗੀਰ ਜੀ ਇਹਦੇ ਵਿੱਚ ਘਿਓ ਹੈ, ਇਹ 'ਚ ਘਿਓ ਹੈ। ਨਹੀਂ ਨਾ ਦਿਸਦਾ। ਇਸ ਤਰ੍ਹਾਂ ਪਰਮਾਤਮਾ ਹੈ ਪਰ ਦਿਸਦਾ ਨਹੀਂ ਹੈ। ਹੁਣ ਜੇ ਦੇਖਣਾ ਹੈ, ਹੁਣ ਦੁੱਧ ਦੇ ਵਿੱਚ ਘਿਓ ਹੈ ਪਰ ਦਿਸਦਾ ਨਹੀਂ ਹੈ। ਇਸ ਤਰ੍ਹਾਂ ਪਰਮਾਤਮਾ ਸਭ ਦੇ ਵਿੱਚ ਹੈ ਪਰ ਦਿਸਦਾ ਨਹੀਂ ਹੈ। ਦੁੱਧ ਨੂੰ ਗਰਮ ਕਰੋ, ਫਿਰ ਇਹਨੂੰ ਜਾਗ ਲਾਓ, ਸਵੇਰੇ ਦਹੀਂ ਬਣੇਗਾ, ਫਿਰ ਉਹਨੂੰ ਰਿੜਕੋ, ਉਹ ਮੱਖਣ ਆਏਗਾ, ਫਿਰ ਮੱਖਣ ਨੂੰ ਗਰਮ ਕਰੋ, ਘਿਓ ਬਣ ਜਾਏਗਾ। ਦੁੱਧ ਘਿਓ ਹੈ ਨਾ। ਇਸ ਤਰ੍ਹਾਂ ਪਰਮਾਤਮਾ ਸਭ ਦੇ ਵਿੱਚ ਹੈ, ਉਹ ਦਿਸਦਾ ਨਹੀਂ। ਤੇ ਜੇ ਉਹਨੂੰ ਦੇਖਣਾ ਨਾ ਤਾਂ ਉਹਦਾ ਨਾਮ ਜਪੋ, ਉਹਦਾ ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ। ਇੱਕ ਦਿਨ ਉਹਦੇ ਦਰਸ਼ਨ ਹੋ ਜਾਣਗੇ। ਕਹਿੰਦੇ ਜੀ ਇੱਕ ਪ੍ਰਸ਼ਨ ਮੈਂ ਹੋਰ ਪੁੱਛਣਾ। ਕਹਿੰਦੇ ਹਾਂ ਉਹ ਪੁੱਛ ਲਓ। ਕਹਿੰਦੇ ਜੀ ਅੱਲਾ ਤੋਂ ਪਹਿਲਾਂ ਕੀ ਸੀ? ਉਹ ਮੁਸਲਮਾਨ ਪਰਮਾਤਮਾ ਅੱਲਾ ਕਹਿੰਦੇ। ਕਹਿੰਦੇ ਅੱਲਾ ਤੋਂ ਪਹਿਲਾਂ ਕੀ ਸੀ? ਕਹਿੰਦੇ ਜੀ ਤੁਹਾਡੇ ਕੋਲ ਕੁਝ ਮੋਤੀ ਹੈਗੇ? ਕਹਿੰਦੇ ਹਾਂ ਹੈਗੇ। ਕਿਸੇ ਪਲੇਟ ਜਾਂ ਕੌਲੀ 'ਚ ਪਾ ਕੇ ਲਿਓ, ਮੋਤੀ ਆ ਗਏ ਨੇ। ਪੀਰ ਜੀ ਇਹਨਾਂ ਨੂੰ ਗਿਣੋ। ਉਹ ਕਹਿੰਦੇ 1 2 3। ਗੁਰੂ ਮਹਾਰਾਜ ਕਹਿੰਦੇ ਪੀਰ ਜੀ ਠੀਕ ਗਿਣੋ। ਫਿਰ ਕਹਿੰਦਾ 1 2। ਗੁਰੂ ਮਹਾਰਾਜ ਬਾਂਹ ਫੜ ਲਈ, ਪੀਰ ਜੀ ਠੀਕ ਗਿਣੋ। ਕਹਿੰਦੇ ਮੈਂ ਠੀਕ ਹੀ ਤੇ ਗਿਣ ਰਿਹਾ। ਕਹਿੰਦੇ ਤੁਸੀਂ ਤਾਂ 1 ਤੋਂ ਗਿਣਤੀ ਸ਼ੁਰੂ ਕੀਤੀ ਹੈ। 1 ਤੋਂ ਪਹਿਲਾਂ ਕੀ ਹੁੰਦਾ? ਕਹਿੰਦੇ ਜੀ 1 ਤੋਂ ਪਹਿਲਾਂ ਤਾਂ ਕੁਛ ਨਹੀਂ ਹੁੰਦਾ। ਕਹਿੰਦੇ ਬਸ ਅੱਲਾ ਤੋਂ ਪਹਿਲਾਂ ਵੀ ਕੁਛ ਨਹੀਂ ਸੀ। ਜੋ ਹੋਇਆ ਅੱਲਾ ਤੋਂ ਬਾਅਦ ਹੀ ਸਾਰਾ ਕੁਛ ਹੋਇਆ। ਬੜਾ ਪ੍ਰਭਾਵਿਤ ਹੈ ਵੀ ਕਿੰਨਾ ਗਿਆਨਵਾਨ ਬੰਦਾ ਹੈ। ਕਹਿੰਦੇ ਵੀ ਇੱਕ ਪ੍ਰਸ਼ਨ ਹੋਰ ਪੁੱਛਣਾ। ਕਹਿੰਦੇ ਉਹ ਪੁੱਛੋ ਜੀ। ਕਹਿੰਦੇ ਅੱਲਾ ਕੀ ਕੁਛ ਕਰ ਸਕਦਾ? ਕਹਿੰਦੇ ਇਹਦਾ ਉੱਤਰ ਦੇਣ ਲਈ ਇੱਕ ਕੰਮ ਕਰਨਾ ਪਏਗਾ। ਮੈਂ ਤੁਹਾਡੀ ਥਾਂ 'ਤੇ ਬੈਠਾਂਗਾ ਅਤੇ ਤੁਸੀਂ ਮੇਰੀ ਥਾਂ 'ਤੇ ਆ ਕੇ ਬੈਠੋਗੇ, ਫਿਰ ਪ੍ਰਸ਼ਨ ਦਾ ਉੱਤਰ ਮਿਲੇਗਾ। ਪੀਰ ਉਤਰਿਆ, ਗੁਰੂ ਨਾਨਕ ਥਾਂ 'ਤੇ ਬਹਿ ਗਏ, ਗੁਰੂ ਨਾਨਕ ਦੇਵ ਦੀ ਗੱਦੀ 'ਤੇ ਬਹਿ ਗਏ। ਹੁਣ ਅਕਾਲ ਤਖ਼ਤ 'ਤੇ ਜਿਸ ਨੂੰ ਬਿਠਾ ਦੇ ਉਹਦੀ ਚੱਲੇਗੀ ਨਾ। ਜਿਹੜਾ ਲੈ ਗਿਆ ਉਹਦੀ ਤਾਂ ਨਹੀਂ ਚੱਲਦੀ। ਜਿਹੜਾ ਲੈ ਗਿਆ ਹੈ ਉਹਦੀ ਨਹੀਂ ਚੱਲੇਗੀ, ਜਿਹੜਾ ਬੈਠਾ ਉਹਦੀ ਚੱਲੇਗੀ। ਗੁਰੂ ਮਹਾਰਾਜ ਬੈਠੇ ਚੌਕੜੀ ਮਾਰ ਕੇ, ਕੁਛ ਨਹੀਂ ਬੋਲ ਰਹੇ। ਕੋਈ ਦੇਰ ਬਾਅਦ ਦਸਤਗੀਰ ਕਹਿੰਦਾ ਮਹਾਰਾਜ ਤੁਸੀਂ ਮੇਰੇ ਪ੍ਰਸ਼ਨ ਦਾ ਉੱਤਰ ਨਹੀਂ ਦਿੱਤਾ ਵੀ ਅੱਲਾ ਕੀ ਕੁਛ ਕਰ ਸਕਦਾ? ਕਹਿੰਦੇ ਪੀਰ ਜੀ ਅਜੇ ਸਮਝ ਨਹੀਂ ਆਈ। ਅੱਲਾ ਦੇਖੋ ਤੁਸੀਂ ਪਹਿਲਾਂ ਇਸ ਗੱਦੀ 'ਤੇ ਸੀ, ਅੱਲਾ ਨੇ ਤੁਹਾਨੂੰ ਹੇਠਾਂ ਬਿਠਾਤਾ, ਮੈਨੂੰ ਤੁਹਾਡੀ ਗੱਦੀ 'ਤੇ ਬਿਠਾਤਾ। ਬਸ ਅੱਲਾ ਰਾਜ ਦੇ ਵੀ ਸਕਦਾ ਅਤੇ ਰਾਜ ਖੋਹ ਵੀ ਸਕਦਾ, ਇਹ ਅੱਲਾ ਕਰ ਸਕਦਾ। ਪੀਰ ਨੇ 18 ਦਿਨ ਗੁਰੂ ਨਾਨਕ ਰੱਖੇ, ਆਉਣ ਨਹੀਂ ਸਿੱਧਾ। ਗੁਰੂ ਮਹਾਰਾਜ ਕਹਿੰਦੇ ਨਹੀਂ ਪੀਰ ਜੀ ਅਸੀਂ ਅਜੇ ਸੰਸਾਰ ਬੜੀ ਥਾਂ 'ਤੇ ਜਾਣਾ, ਸਾਨੂੰ ਜਾਣ ਦਿਓ। ਹਸਨ ਬਦਾਲ ਆ ਗਏ, ਜਿਹਨੂੰ ਪੰਜਾ ਸਾਹਿਬ ਕਹਿੰਦੇ। ਉੱਥੇ ਵਲੀ ਕੰਧਾਰੀ ਰਹਿੰਦਾ ਸੀ, ਆਪ ਜੀ ਨੂੰ ਸਾਰਾ ਪਤਾ। ਉਹ ਵੀ ਰਿੱਧੀਆਂ ਸਿੱਧੀਆਂ ਦਾ ਮਾਲਕ ਸੀ। ਮਰਦਾਨਾ ਤੇ ਗੁਰੂ ਨਾਨਕ ਜੀ ਹੇਠਾਂ ਬੈਠੇ ਪਹਾੜੀ ਦੇ। ਪਿਆਸ ਲੱਗ ਗਈ ਹੈ, ਹੋਰ ਕੋਈ ਪਾਣੀ ਨਹੀਂ। ਪਹਾੜੀ ਇਲਾਕਾ ਹੋਣ ਕਰਕੇ ਪਥਰੀਲਾ ਇਲਾਕਾ, ਕਿਤੇ ਪਾਣੀ ਨਹੀਂ ਹੈ। ਮਰਦਾਨਾ ਜੀ ਕਹਿੰਦੇ ਮੈਂ ਪਾਣੀ ਪੀਣਾ, ਮੈਨੂੰ ਬੜੀ ਪਿਆਸ ਲੱਗੀ। ਕਹਿੰਦੇ ਉਹ ਵਲੀ ਕੰਧਾਰੀ ਹੈ ਪਹਾੜੀ ਦੇ, ਉਹਦੇ ਹੋਰ ਕਿਤੇ ਪਾਣੀ, ਉਹਦੇ ਕੋਲ ਪਾਣੀ ਜਾ ਕੇ ਪੀਆ। ਮਰਦਾਨਾ ਜੀ ਪਹਾੜੀ ਚੜ੍ਹ ਕੇ ਗਏ। ਵਲੀ ਕੰਧਾਰੀ ਕਹਿੰਦਾ ਤੂੰ ਕਿਹਦਾ ਚੇਲਾ ਹੈ? ਕਹਿੰਦਾ ਮੈਂ ਗੁਰੂ ਨਾਨਕ ਦਾ ਚੇਲਾ। ਅੱਛਾ, ਉਹ ਤਾਂ ਹਿੰਦੂ ਹੈ, ਜਿਹਦਾ ਚੇਲਾ ਉਸੇ ਕੋਲ ਜਾ ਕੇ ਪਾਣੀ ਪੀ, ਇੱਥੇ ਕੋਈ ਪਾਣੀ ਪੂਣੀ ਨਹੀਂ। ਉਹ ਕਹਿੰਦੀ ਮੈਨੂੰ ਪਿਆਸ ਲੱਗੀ। ਕਹਿੰਦਾ ਮੈਂ ਤੈਨੂੰ ਕਹਿੰਦਾ ਇੱਥੇ ਕੋਈ ਪਾਣੀ ਪੂਣੀ ਨਹੀਂ। ਵਾਪਸ ਆ ਗਏ। ਹਾਂ ਮਰਦਾ ਪਾਣੀ ਪੀਏ। ਕਹਿੰਦੇ ਉਹ ਤਾਂ ਅੱਗੋਂ ਐਂ ਕਹਿੰਦੇ। ਕਹਿੰਦੇ ਕੋਈ ਨਹੀਂ, ਚਲੋ ਮਹਾਤਮਾ ਹੁੰਦੇ ਨੇ, ਇੱਕ ਵਾਰੀ ਫਿਰ ਜਾ। ਵਿਚਾਰਾ ਫਿਰ ਪਹਾੜੀ ਗਰਮੀਆਂ ਚੜ੍ਹ ਕੇ ਫਿਰ ਗਿਆ ਹੈ।
ਅੱਗੋਂ ਫਿਰ ਪੈ ਗਿਆ ਹੈ, ਨਹੀਂ ਪਾਣੀ ਪਿਲਾਇਆ। ਗੁਰੂ ਇੱਕ ਵਾਰੀ ਫਿਰ ਜਾ, ਤੀਜੀ ਵਾਰੀ ਫਿਰ ਮਰਦਾਨਾ ਜੀ ਗਏ, ਉਹਨੇ ਫਿਰ ਵੀ ਪਾਣੀ ਨਹੀਂ ਪਿਲਾਇਆ। ਆ ਗਿਆ ਮਰਦਾਨਾ ਜੀ ਕਹਿੰਦੇ ਮੈਂ ਹੁਣ ਮਰਨ ਲੱਗਾ, ਮੈਂ ਥੱਕ ਗਿਆ ਅਤੇ ਮੈਨੂੰ ਪਿਆਸ ਬੜੀ ਲੱਗੀ ਹੋਈ ਹੈ। ਗੁਰੂ ਮਹਾਰਾਜ ਨੇ ਸ਼ਕਤੀ ਵਰਤਾਈ, ਉਹ ਜਿਹੜਾ ਕੁੰਡ ਸੀ ਪਾਣੀ ਦਾ, ਉਹ 'ਚ ਪਾਣੀ ਖਿੱਚ ਲਿਆ ਸਾਨੂੰ। ਕਹਿ ਲਓ ਮਰਦਾਨਾ ਜੀ ਪੀ ਲਓ ਪਾਣੀ। ਜਦੋਂ ਬਲੀ ਕੰਧਾਰੀ ਨੂੰ ਪਿਆਸ ਲੱਗੀ, ਪਾਣੀ ਪੀਣ ਉੱਠਿਆ, ਕੁੰਡ ਖਾਲੀ ਹੈ। ਹੇਠਾਂ ਦੇਖਦੇ ਵੀ ਉਹ ਦੋ ਬੈਠੇ ਨੇ, ਵੀ ਇਹਨਾਂ 'ਚੋਂ ਕਿਸੇ ਨੇ ਕੀਤਾ। ਹੇਠਾਂ ਆ ਰਿਹਾ ਹੈ, ਜੇ ਥੋੜ੍ਹੇ ਨੇੜੇ ਆ ਗਏ ਨਾ, ਇੱਕ ਪੱਥਰ ਜਿਹਾ ਸੁੱਟਿਆ ਹੇਠਾਂ ਨੂੰ, ਉਹ ਰੁੜਦਾ ਆ ਰਿਹਾ ਪੱਥਰ। ਮਰਦਾਨਾ ਕਹਿੰਦੇ ਬਾਬਾ ਜੀ ਆਹ ਪਹਾੜ ਰੁੜਿਆ ਆ ਰਿਹਾ, ਵੱਡਾ ਸਾਰਾ ਹੋਣਾ। ਗੁਰੂ ਮਹਾਰਾਜ ਕਹਿੰਦੇ ਕੋਈ ਨਹੀਂ। ਜਦੋਂ ਨੇੜੇ ਆਇਆ ਪੱਥਰ, ਗੁਰੂ ਮਹਾਰਾਜ ਕਹਿੰਦੇ ਧੰਨ ਕਰਤਾਰ, ਹੱਥ ਲਾਇਆ, ਉਹ ਪੱਥਰ ਨਰਮ ਹੋ ਗਿਆ, ਪੰਜਾ ਖੁੱਭ ਗਿਆ ਵਿੱਚ। ਵਲੀ ਕੰਧਾਰੀ ਬੜਾ ਸ਼ਰਮਸਾਰ ਹੋਇਆ ਹੈ, ਆ ਕੇ ਮੁਆਫੀ ਮੰਗਦਾ ਹੈ। ਗੁਰੂ ਮਹਾਰਾਜ ਸਮਝਾਇਆ ਭਾਈ, ਜੇ ਅਸੀਂ ਭੁੱਖੇ ਨੂੰ ਰੋਟੀ ਨਹੀਂ ਖਵਾਸਦੇ, ਪਿਆਸੇ ਨੂੰ ਪਾਣੀ ਨਹੀਂ ਪਿਲਾਸਦੇ, ਅਸੀਂ ਕਾਹਦੇ ਸਾਧੂ ਹਾਂ? ਸਾਧੂ ਦੇ ਨਰਮ ਸੁਭਾਅ ਦੇ ਹੁੰਦੇ ਨੇ, ਦਿਆਲੂ ਸੁਭਾਅ ਦੇ ਹੁੰਦੇ ਨੇ। ਤੈਨੂੰ ਪਤਾ ਹੈ ਵੀ ਇੱਥੇ ਨੇੜੇ ਤੇੜੇ ਪਾਣੀ ਹੀ ਕੋਈ ਨਹੀਂ, ਅਤੇ 3 ਵਾਰ ਤੁਹਾਡੇ ਕੋਲ ਗਿਆ, ਅਤੇ ਤੁਸੀਂ ਜਾਤ ਪਾਤ ਧਰਮਾਂ ਦੇ ਵਖਰੇਵਿਆਂ 'ਚ ਪਏ ਹੋ, ਲੋੜਵੰਦ ਨੂੰ ਤੁਸੀਂ ਪਾਣੀ ਨਹੀਂ ਪਿਲਾਇਆ, ਤੁਸੀਂ ਕਾਹਦੇ ਸਾਧੂ ਹੋ? ਚਲੋ ਮਾਫੀ ਮੰਗੀ ਹੈ ਵਲੀ ਕੰਧਾਰੀ ਨੇ, ਅਤੇ ਕਹਿੰਦਾ ਜੀ ਆਓ ਤੁਸੀਂ ਮੇਰੀ ਪਹਾੜੀ 'ਤੇ ਆਓ। ਗੁਰੂ ਮਹਾਰਾਜ ਕਹਿੰਦੇ ਨਹੀਂ ਭਾਈ ਅਸੀਂ ਨਹੀਂ। ਕਹਿੰਦੇ ਕੋਈ ਨਹੀਂ ਜੀ। ਉਹ ਜਿਵੇਂ ਕੋਡੇ ਹੋਈ ਤੇ ਇਸਰ ਹੋ ਗਿਆ, ਕਹਿੰਦੇ ਮੇਰੀ ਪਿੱਠ 'ਤੇ ਬਹਿ ਜਾਓ, ਮੈਂ ਚੱਕ ਕੇ ਤੁਹਾਨੂੰ ਲੈ ਜਾਂਦਾ। ਗੁਰੂ ਮਹਾਰਾਜ ਕਹਿੰਦੇ ਇਹ ਸੇਵਾ ਅਸੀਂ 10ਵੇਂ ਜਾਮੇ 'ਚ ਲਾਂਗੇ। ਅਤੇ ਸਿੱਖ ਇਤਿਹਾਸ ਕਹਿੰਦਾ ਗੁਰੂ ਗੋਬਿੰਦ ਜਿਹੜਾ ਨੀਲਾ ਘੋੜਾ ਸੀ ਨਾ, ਉਹ ਵਲੀ ਕੰਧਾਰੀ ਹੀ ਸੀ। ਸਿੱਖ ਇਤਿਹਾਸ 'ਚ ਇਸ ਤਰ੍ਹਾਂ ਲਿਖਿਆ ਹੋਇਆ। ਖੈਰ 1532 ਸਨ ਆ ਗਏ। ਆਪ ਜੀ ਨੇ ਕਰਤਾਰਪੁਰ ਰਹਿਣਾ ਸ਼ੁਰੂ ਕਰ ਦਿੱਤਾ ਹੈ ਕਾਫੀ ਦੇਰ ਦਾ। ਸਾਰੀਆਂ ਯਾਤਰਾ ਸਮਾਪਤ ਕਰ ਲਈਆਂ ਨੇ। ਭਾਈ ਲਹਿਣਾ ਜੀ ਹਰ ਸਾਲ ਦੇਵੀ ਦੇ ਦਰਸ਼ਨਾਂ ਨੂੰ ਜਾਇਆ ਕਰਦੇ ਸਨ। ਉਹਨਾਂ ਦੇ ਪਿੰਡ ਦੇ ਵਿੱਚ ਇੱਕ ਭਾਈ ਯੋਧਾ ਰਹਿੰਦਾ ਹੁੰਦਾ ਸੀ, ਜਿਹੜਾ ਗੁਰੂ ਨਾਨਕ ਦਾ ਸਿੱਖ ਸੀ। ਉਹ ਜਪਜੀ ਸਾਹਿਬ ਦਾ ਪਾਠ ਕਰਿਆ ਕਰਦਾ ਸੀ। ਇੱਕ ਦਿਨ ਉਹ ਵੀ ਇਸ਼ਨਾਨ ਕਰਨ ਆ ਗਿਆ ਹੈ, ਅਤੇ ਭਾਈ ਲਹਿਣਾ ਜੀ ਵੀ ਖੂਹ 'ਤੇ ਇਸ਼ਨਾਨ ਕਰਨ ਆ ਗਏ ਨੇ। ਉਹ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਲੱਗ ਗਿਆ ਕਰਨਾ। ਭਾਈ ਲਹਿਣਾ ਨੇ ਜਦੋਂ ਸੁਣਿਆ, ਕਿਉਂਕਿ ਉਸੇ ਵੇਲੇ ਦੀ ਪੰਜਾਬੀ ਸੀ, ਸਾਰਾ ਸਮਝ ਆ ਗਿਆ ਹੈ, ਅਤੇ ਗਿਆਨ ਹੋਇਆ ਕਿ ਮੈਂ ਤਾਂ ਐਵੇਂ ਹੀ ਭਟਕਦਾ ਫਿਰਦਾ ਹਾਂ। ਕਹਿੰਦੇ ਵੀ ਇਹ ਤੂੰ ਕਿਹਦੀ ਬਾਣੀ ਪੜ੍ਹ ਰਿਹਾ ਸੀ? ਕਹਿੰਦੇ ਮੈਂ ਗੁਰੂ ਨਾਨਕ ਦੇਵ ਦੀ ਬਾਣੀ ਪੜ੍ਹ ਰਿਹਾ। ਕਿੱਥੇ ਰਹਿੰਦੇ ਨੇ? ਉਹ ਕਰਤਾਰਪੁਰ 'ਚ ਰਹਿੰਦੇ ਨੇ। ਅਤੇ ਜਦੋਂ ਦੇਵੀ ਦੇ ਦਰਸ਼ਨ ਜਾਂਦੇ ਰਾਹ 'ਚ ਹੀ ਕਰਤਾਰਪੁਰ ਆਇਆ ਕਰਦਾ ਸੀ। ਚਲੋ ਫੈਸਲਾ ਕਰ ਲਵੇ ਐਤਕੀ ਜਦ ਜਾਵਾਂਗਾ ਨਾ ਦੇਵੀ ਦੇ ਦਰਸ਼ਨਾਂ ਨੂੰ, ਕਰਤਾਰਪੁਰ ਗੁਰੂ ਨਾਨਕ ਦੇ ਦਰਸ਼ਨ ਕਰਕੇ ਆਵਾਂਗਾ। ਅਤੇ ਭਾਈ ਲਹਿਣਾ ਜੀ ਟੈਂਟ ਲੱਗਾ ਹੋਇਆ, ਰਾਤ ਰਹੇ। ਸਵੇਰੇ ਆਪਣੇ ਸਾਥੀਆਂ ਨੂੰ ਕਹਿੰਦੇ ਵੀ ਮੈਂ ਗੁਰੂ ਨਾਨਕ ਦੇਵ ਨੂੰ ਮਿਲ ਆਵਾਂ। ਘੋੜੀ 'ਤੇ ਚੜ੍ਹੇ ਹੋਏ ਨੇ, ਜਾ ਰਹੇ ਨੇ। ਅੱਗੋਂ ਇੱਕ ਬਜ਼ੁਰਗ ਟੱਕਰ ਗਿਆ ਹੈ। ਉਹਨਾਂ ਕਹਿੰਦੇ ਬਜ਼ੁਰਗੋ ਮੈਂ ਗੁਰੂ ਨਾਨਕ ਦੇਵ ਜੀ ਨੂੰ ਮਿਲਣਾ ਹੈ, ਕਿੱਥੇ ਮਿਲਣਗੇ? ਕਹਿੰਦੇ ਉਹ ਸਾਹਮਣੇ ਜਿਹੜੀ ਧਰਮਸ਼ਾਲਾ ਬਣੀ ਹੋਈ ਹੈ, ਉੱਥੇ ਉਹ ਰਹਿੰਦੇ ਨੇ, ਤੁਹਾਨੂੰ ਉੱਥੇ ਦਰਸ਼ਨ ਹੋ ਜਾਣਗੇ, ਆਓ ਤੁਹਾਨੂੰ ਛੱਡ ਆਵਾਂ। ਉਹ ਗੁਰੂ ਨਾਨਕ ਦੇਵ ਜੀ ਸਨ, ਅਤੇ ਭਾਈ ਲਹਿਣਾ ਜੀ ਕਦੇ ਵੇਖੇ ਨਹੀਂ ਸਨ। ਉਹਨਾਂ ਨੇ ਘੋੜੇ ਦੀ ਜਿਹੜੀ ਲਗਾਮ ਫੜ ਲਈ ਹੈ, ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਘੋੜੇ 'ਤੇ ਚੜ੍ਹੇ ਨੇ, ਲੈ ਗਏ ਘਰ ਲੈ ਗਏ। ਕਹਿੰਦੇ ਘੋੜੀ 'ਤੇ ਕਿਲੇ ਨਾ ਬੰਨ ਦਿਓ, ਆਹ ਖੂਹੀ 'ਤੇ 5 ਇਸ਼ਨਾਨਾ ਕਰ ਲਓ। ਫਿਰ ਉਸ ਕਮਰੇ 'ਚ ਗੁਰੂ ਨਾਨਕ ਦੇਵ ਬੈਠੇ ਨੇ, ਉੱਥੇ ਮਿਲ ਪਿਓ। ਉਹ ਇੰਨੇ ਚਿਰ ਨੂੰ ਘੋੜੇ ਬੰਨ੍ਹਣ ਲੱਗ ਪਏ, 5 ਇਸ਼ਨਾਨਾ ਕਰਨ ਲੱਗ ਪਏ। ਗੁਰੂ ਮਹਾਰਾਜ ਦੂਜੇ ਰਾਹ ਜਾ ਕੇ ਸਥਾਨ 'ਤੇ ਬੈਠ ਗਏ ਨੇ ਆਪਣੇ।
ਸੰਗਤ ਵੀ ਬੈਠੀ ਹੈ। ਜਦੋਂ ਮਰਦਾਨਾ ਜੀ ਅੰਦਰ, ਜਦੋਂ ਭਾਈ ਲਹਿਣਾ ਜੀ ਅੰਦਰ ਆਏ, ਕੀ ਦੇਖਦੇ ਨੇ ਵੀ ਤਾਂ ਉਹੀ ਬਜ਼ੁਰਗ ਹੈ। ਚਰਨਾਂ 'ਤੇ ਟਹਿ ਪਏ, ਰੋਈ ਜਾਂਦੇ ਨੇ। ਕਹਿੰਦੇ ਮੇਰੇ ਤਾਂ ਬੜੀ ਭਾਰੀ ਵੱਗਿਆ ਹੋ ਗਈ ਹੈ ਜੀ, ਵੀ ਮੈਂ ਘੋੜੀ 'ਤੇ ਚੜ੍ਹਿਆ ਹੋਇਆ ਸੀ, ਤੁਸੀਂ ਮੇਰੀ ਘੋੜੀ ਦੀ ਲਗਾਮ ਫੜੀ ਹੋਈ ਸੀ। ਕਹਿੰਦੇ ਭਾਈ ਲੈਣਾ, ਇਹ 'ਚ ਤੇਰਾ ਕਸੂਰ ਨਹੀਂ, ਤੂੰ ਸਾਨੂੰ ਜਾਣਦਾ ਹੀ ਨਹੀਂ ਸੀ। ਜਦੋਂ ਆਪਾਂ ਕਿਸੇ ਬੰਦੇ ਨੂੰ ਵੇਖੇ ਹੀ ਨਾ ਹੋਵੇ, ਆਪਾਂ ਨੂੰ ਕੀ ਪਤਾ ਕੌਣ ਹੈ ਕੌਣ ਨਹੀਂ। ਬਾਕੀ ਲੈਣਾ ਜੀ ਤੁਸੀਂ ਲੈਣਾ, ਅਸੀਂ ਤੁਹਾਡਾ ਦੇਣਾ ਹੈ। ਅਤੇ ਭਾਈ ਲਹਿਣਾ ਜੀ ਨੇ ਫੈਸਲਾ ਕਰ ਲਿਆ ਕਿ ਮੈਂ ਇੱਥੇ ਹੀ ਰਹਿਣਾ, ਹੁਣ ਨਹੀਂ ਦੇਵੀ ਦੇ ਦਰਸ਼ਨਾਂ ਨੂੰ ਜਾਣਾ। ਕੁਝ ਮਿੰਟਾਂ ਦੀ ਛੁੱਟੀ ਲੈ ਕੇ ਆ ਗਏ ਨੇ, ਆਪਣੇ ਸਾਥੀ ਨੂੰ ਆ ਕੇ ਕਹਿੰਦੇ ਮੈਂ ਜਿੱਥੇ ਆਉਣਾ ਸੀ ਉੱਥੇ ਆ ਗਿਆ ਹਾਂ, ਮੈਂ ਹੁਣ ਦੇਵੀ ਦੇ ਦਰਸ਼ਨਾਂ ਨੂੰ ਨਹੀਂ ਜਾਣਾ, ਤੁਸੀਂ ਜਾਓ। ਉਹ ਕਹਿੰਦੇ ਚਲੋ ਐਤਕੀ ਸਾਡੇ ਨਾਲ ਚਲੇ ਚਲੇ, ਅਗਲੀ ਵਾਰੀ ਨਾ ਜੇ। ਕਹਿੰਦੇ ਨਾ ਬਸ ਮੈਂ ਜਿੱਥੇ ਆਉਣਾ ਸੀ ਉੱਥੇ ਆ ਗਿਆ, ਮੈਂ ਹੁਣ ਹੋਰ ਕਿਸੇ ਨਹੀਂ ਜਾਣਾ ਹੈਗਾ, ਤੁਸੀਂ ਜਾਓ। ਭਾਈ ਲੈਣੇ ਉੱਥੇ ਰਹਿਣ ਲੱਗ ਪਏ। ਕੁਝ ਦਿਨਾਂ ਬਾਅਦ ਛੁੱਟੀ ਲਈ ਹੈ, ਮੈਂ ਘਰ ਸਾਰਾ ਸਮਝਾਵਾਂ ਜੀ, ਆਪਣੇ ਪੁੱਤਰਾਂ ਨੂੰ ਹਿਸਾਬ ਕਿਤਾਬ ਸਮਝਾਵਾਂ ਕਿ ਦੁਕਾਨਦਾਰੀ ਕਰਦੇ ਸਨ ਗੁਰੂ ਅੰਗਦ ਦੇਵ ਜੀ ਮਹਾਰਾਜ। ਘਰ ਆਏ ਨੇ, ਕੰਮ ਧੰਦਾ ਦੋਨਾਂ ਪੁੱਤਰਾਂ ਨੂੰ ਸਮਝਾਤਾ, ਦਾਤੂ ਦਾਸੂ ਨੂੰ। ਫਿਰ ਵਾਪਸ ਚਲੇ ਗਏ। ਅਮੀਰ ਸਨ ਭਾਈ ਲੈਣਾ ਜੀ, ਰੇਸ਼ਮੀ ਕੱਪੜੇ ਪਾਏ ਹੋਏ ਨੇ, ਵਾਪਸ ਚਲੇ ਗਏ। ਜਦੋਂ ਗੁਰੂ ਨਾਨਕ ਦੇ ਘਰ ਪਹੁੰਚੇ, ਮਾਤਾ ਨੇ ਪੁੱਛਿਆ ਵੀ ਗੁਰੂ ਨਾਨਕ ਦੇਵ ਜੀ ਕਿੱਥੇ ਨੇ? ਕਹਿੰਦੇ ਉਹ ਬਾਹਰ ਉਹ ਖੇਤ ਨੇ, ਉੱਥੇ ਕੰਮ ਕਰਵਾ ਰਹੇ ਨੇ, ਤੁਸੀਂ ਉੱਥੇ ਚਲੇ ਜਾਓ। ਆਪ ਵੀ ਉੱਥੇ ਚਲੇ ਭਾਈ ਲੈਣਾ ਜੀ, ਜਾ ਕੇ ਮੱਥਾ ਟੇਕਿਆ। ਗੁਰੂ ਨਾਨਕ ਦੇਵ ਜੀ ਕਹਿੰਦੇ ਲੈਣਾ ਜੀ, ਇੱਕ ਨਦੀਨ ਹੁੰਦਾ, ਇੱਕ ਹੁੰਦੀ ਫਸਲ। ਫਸਲ ਦੇ ਵਿੱਚ ਜਿਹੜੀ ਫਾਲਤੂ ਜੜ੍ਹੀਆਂ ਬੂਟੀਆਂ ਪੈਦਾ ਹੁੰਦੀਆਂ ਉਹਨੂੰ ਕਹਿੰਦੇ ਨੇ ਨਦੀਨ। ਤੁਹਾਨੂੰ ਪਤਾ ਹੈ ਕਿ ਚੌਲਾਂ ਦੀ ਫਸਲ 'ਚ ਪਾਣੀ ਖੜ੍ਹਾ ਰਹਿੰਦਾ ਆਮ ਤੌਰ 'ਤੇ। ਨਦੀ ਪਾਣੀ ਲਾ ਕੇ ਫਿਰ ਨਦੀਨ ਨੂੰ ਹੱਥਾਂ ਨਾਲ ਪੁੱਟਦੇ ਨੇ, ਵੀ ਜੇ ਦਾਤਰੀ ਨਾਲ ਵੱਢਿਆ ਫਿਰ ਉਹ ਪੁੱਟ ਪਏਗਾ, ਵੀ ਪੁੱਟ ਦਿਓ ਹੱਥਾਂ ਨਾਲ। ਹੁਣ ਜਦੋਂ ਹੱਥਾਂ ਨਾਲ ਕੋਈ ਬੂਟਾ ਪੁੱਟਣਾ ਹੈ, ਉਹਦੇ ਨਾਲ ਮਿੱਟੀ ਆ ਗਾਰਾ ਵੀ ਆਵੇਗਾ। ਉਸ ਗਾਰੇ ਸਮੇਤ ਨਦੀਨ ਦੀ ਪੰਡ ਬਣੀ ਹੋਈ ਹੈ। ਕਹਿੰਦੇ ਲੈਣਾ ਜੀ ਇਹ ਪੰਡ ਚੱਕੋ ਅਤੇ ਘਰ ਲੈ ਚਲੋ, ਉੱਤੇ ਧੋ ਕੇ ਡੰਗਰਾਂ ਨੂੰ ਪਾਵੋਗੇ। ਪੰਡ ਚੁਕਾਤੀ ਸੇਵਾਦਾਰ ਨੇ ਸਿਰ 'ਤੇ, ਉਹ ਉਸੇ ਤਰ੍ਹਾਂ ਚਿੱਕੜ ਜਿਹੜਾ ਕੱਪੜਿਆਂ 'ਤੇ ਪੈ ਰਿਹਾ ਹੈ, ਪਰ ਆਪ ਨੇ ਬਿਲਕੁਲ ਨਹੀਂ ਮਨ 'ਚ ਲਿਆਂਦਾ ਵੀ ਮੇਰੇ ਰੇਸ਼ਮੀ ਕੱਪੜੇ ਸਨ, ਇਹ ਲਪੇਟਦੇ ਨੇ ਇਹਨਾਂ ਨੇ। ਘਰ ਜਦੋਂ ਆਏ ਤਾਂ ਅੱਗੇ ਮਾਤਾ ਜੀ ਦੇਖਦੇ ਨੇ, ਮਾਤਾ ਸੁਲੱਖਣੇ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਹਿਲ। ਉਹ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਆਹ ਤੁਸੀਂ ਮੁੰਡੇ ਦੇ ਰੇਸ਼ਮੀ ਕੱਪੜੇ ਇੰਨੇ ਵਧੀਆ ਪਾਏ ਸਨ, ਆਹ ਗਾਰੇ ਵਾਲੀ ਪੰਡ ਚੁਕਾ ਕੇ ਲਪੇਟਦੇ ਨੇ ਸਾਰੇ। ਗੁਰੂ ਨਾਨਕ ਦੇਵ ਜੀ ਕਹਿੰਦੇ ਇਹ ਗਾਰੇ ਨਾਲ ਨਹੀਂ ਲਿਬੜੇ, ਇਹ ਤਾਂ ਇਹਨਾਂ ਦੇ ਕੇਸਰ ਛਿੜਕਿਆ, ਕੇਸਰ। ਅਤੇ ਜਿਹੜੀ ਇਹ ਪੰਡ ਨਦੀਨ ਦੀ ਹੈ, ਨਦੀਨ ਦੀ ਪੰਡ ਨਹੀਂ, ਇਹ ਤਾਂ ਸਾਰੀ ਸਿੱਖ ਕੌਮ ਦਾ ਭਾਰ ਇਹਨਾਂ ਦੇ ਸਿਰ 'ਤੇ ਪਾਇਆ ਹੋਇਆ ਹੈ। ਇਸ ਤਰ੍ਹਾਂ ਗੁਰੂ ਮਹਾਰਾਜ ਸਮੇਂ ਸਮੇਂ 'ਤੇ ਟੈਸਟ ਲੈਂਦੇ ਰਹੇ, ਇਮਤਿਹਾਨ ਲੈਂਦੇ ਰਹੇ। ਕਿਉਂਕਿ ਜਦੋਂ ਨੇੜੇ ਆ ਰਿਹਾ 1539 ਈਸਵੀ, ਤਾਂ ਗੁਰੂਆਂ ਨੇ ਦੇਖਣਾ ਸੀ ਵੀ ਗੁਰਗੱਦੀ ਕਿਸ ਨੂੰ ਦਈਏ। ਸ਼੍ਰੀ ਚੰਦ ਵੀ ਉੱਚੀ ਅਵਸਥਾ ਦੇ ਨੇ, ਲਖਮੀ ਦਾਸ ਵੀ ਉੱਚੀ ਅਵਸਥਾ ਦੇ ਨੇ। ਹਾਂਜੀ, ਅਤੇ ਉੱਧਰ ਭਾਈ ਲਹਿਣਾ ਜੀ ਵੀ ਉੱਚੀ ਅਵਸਥਾ ਦੇ ਹੋ ਗਏ ਨੇ, ਸੇਵਾ ਕਰਕੇ ਸਿਮਰਨ ਕਰਕੇ। ਬਿਨ ਦਾ ਇਮਤਿਹਾਨ ਲੈਂਦੇ ਰਹੋ, ਫਿਰ ਜਿਹੜਾ ਇਮਤਿਹਾਨ 'ਚ ਅਖੀਰ 'ਚ ਪਾਸ ਹੋ ਜਾਏਗਾ ਉਹਨੂੰ ਗੁਰਗੱਦੀ ਦੇ ਦਾਂਗੇ। ਮੀਂਹ ਪੈ ਗਿਆ, ਇੱਕ ਵਾਰੀ ਝੜੀ ਲੱਗ ਗਈ ਹੈ, ਪਾਣੀ ਪਾਣੀ ਹੋ ਗਿਆ ਹੈ। ਜਿੰਨਾ ਬਾਲਣ ਸੀ ਸਾਰਾ ਡੇਰੇ 'ਚ ਉਹ ਖਤਮ ਹੋ ਗਿਆ ਹੈ। ਸ਼ਾਮ ਦਾ ਲੰਗਰ ਤਿਆਰ ਨਹੀਂ ਹੋਣਾ ਹੈਗਾ। ਗੁਰੂ ਮਹਾਰਾਜ ਸਿੱਖਾਂ ਨੂੰ ਕਹਿੰਦੇ ਆਓ ਵੀ ਜੰਗਲ ਨੂੰ ਚਲੀਏ। ਸਾਰੇ ਤੁਰ ਪਏ, ਭਾਈ ਲਹਿਣਾ ਜੀ ਵੀ ਤੁਰ ਪਏ ਨੇ, ਸ਼੍ਰੀ ਚੰਦ ਜੀ, ਲਖਮੀ ਦਾਸ ਜੀ, ਬਾਕੀ ਸਿੱਖ ਵੀ ਤੁਰ ਪਏ ਨੇ। ਅੱਗੇ ਇੱਕ ਕਿੱਕਰ ਦਾ ਦਰਖਤ ਆ ਗਿਆ,
ਕੋਈ ਜੰਡਦਾ ਕਹਿੰਦਾ, ਕੋਈ ਕੀ ਕਰਦਾ ਕਹਿੰਦਾ। ਕਹਿੰਦੇ ਸ਼੍ਰੀ ਚੰਦ ਆ ਲੈ ਖੇਸ, ਇਹ ਕਿੱਕਰ ਦੇ ਹੇਠਾਂ ਵਿਛਾ ਲੈ, ਕਿੱਕਰ 'ਤੇ ਚੜ੍ਹ ਜਾ, ਕਿੱਕਰ ਨੂੰ ਹਿਲਾ, ਮਠਿਆਈ ਡਿੱਗੇਗੀ, ਅੱਜ ਸੰਗਤ ਨੂੰ ਮਠਿਆਈ ਖਵਾਵਾਂਗੇ। ਉਹ ਕਹਿੰਦੇ ਪਿਤਾ ਜੀ ਕਦੇ ਦਰਖਤਾਂ ਨੂੰ ਮਠਿਆਈ ਲੱਗੀ ਹੈ? ਕਈ ਵਾਰੀ ਕੋਲ ਰਹਿੰਦਿਆਂ ਹੋਇਆਂ ਨਹੀਂ ਪਤਾ ਲੱਗਦਾ, ਉਹ ਪਿਤਾ ਪਿਤਾ ਹੀ ਰਹਿ ਜਾਂਦਾ ਹੈ। ਪਿਤਾ ਦੇ ਵਿੱਚ ਸਾਧੂ ਦੇ ਦਰਸ਼ਨ ਨਹੀਂ ਹੁੰਦੇ ਹੈ। ਕਈ ਵਾਰੀ ਗਿਆਨ ਹੀ ਨਹੀਂ ਹੁੰਦਾ ਹੈਗਾ ਕਿ ਜਿਹੜਾ ਬ੍ਰਹਮ ਗਿਆਨੀ ਹੁੰਦਾ ਕੁਦਰਤ ਉਹਦੇ ਅਧੀਨ ਹੁੰਦੀ ਹੈ। ਅਸੀਂ ਕੁਦਰਤ ਦੇ ਅਧੀਨ, ਬ੍ਰਹਮ ਗਿਆਨੀ ਕੁਦਰਤ ਅਧੀਨ ਹੁੰਦੀ ਹੈ। ਇਸ ਗੱਲ ਦਾ ਪਤਾ ਨਹੀਂ ਸੀ। ਲక్ష్ਮੀ ਦਾਸ ਤੂੰ ਚੜ੍ਹ, ਉਹ ਕਹਿੰਦਾ ਪਿਤਾ ਜੀ ਕਦੇ ਦਰਖਤਾਂ ਨੂੰ ਵੀ ਮਠਿਆਈਆਂ ਲੱਗੀਆਂ, ਤੁਸੀਂ ਭੋਲੀਆਂ ਬਾਤਾਂ ਕਰਦੇ ਹੋ। ਦੂਜੇ ਵੀ ਸਿੱਖ ਹੱਸ ਰਹੇ ਨੇ ਜੀ, ਕਿਸੇ ਨੂੰ ਵਿਸ਼ਵਾਸ ਨਹੀਂ ਆ ਰਿਹਾ। ਲੈਣਾ ਜੀ ਤੁਸੀਂ ਚੜ੍ਹੋ, ਸਤਿਵਚਨ ਜੀ। ਦਰਖਤ 'ਤੇ ਚੜ੍ਹ ਗਏ, ਦਰਖਤ ਹਿਲਾਉਣਾ ਸ਼ੁਰੂ ਕਰਦਾ, ਪਾਂਤ ਪਾਂਦੀ ਮਠਿਆਈਆਂ ਡਿੱਗ ਰਹੀਆਂ ਨੇ, ਅਤੇ ਉਹ ਕਾਫੀ ਢੇਰ ਲੱਗ ਕੇ ਕਹਿੰਦੇ ਲਓ ਭਾਈ ਸੰਗਤ ਜਿੰਨੀ ਖਾਣੀ ਖਾ ਲਓ, ਬਾਕੀ ਆਪਾਂ ਡੇਰੇ ਲੈ ਚੱਲਦੇ ਹਾਂ, ਜਿਹੜੇ ਉੱਥੇ ਸੰਗਤ ਹੈ ਉਹਨੂੰ ਅੱਜ ਮਠਿਆਈਆਂ ਖਵਾਵਾਂਗੇ ਲੰਗਰ ਖਾਣ। ਕਿਉਂਕਿ ਸੰਸਾਰ ਦੀ ਇੰਨੀ ਮਹਾਨ ਰੂਹ ਹੈ, ਕੁਦਰਤ ਦੀ ਕੀ ਤਾਕਤ ਵੀ ਆਖੇ ਨਾ ਲੱਗੇ ਜੀ। ਹਾਂ, ਕੁਦਰਤ ਬ੍ਰਹਮ ਗਿਆਨੀ ਦੇ ਅਧੀਨ ਹੁੰਦੀ ਹੈ। ਪੱਥਰ ਵੱਲ ਵੇਖਿਆ, ਤਨ ਕਰਤਾਰ ਕਿਹਾ, ਪੱਥਰ ਨਰਮ ਹੋ ਗਿਆ ਹੈ, ਪੱਥਰ ਨਰਮ ਹੋ ਗਿਆ। ਕੁਦਰਤ ਆਪਣਾ ਸੁਭਾਅ ਬਦਲ ਲੈਂਦੀ ਬ੍ਰਹਮ ਗਿਆਨੀ ਲਈ। ਇਸ ਤਰ੍ਹਾਂ ਇਮਤਿਹਾਨ ਲੈਂਦੇ ਲੈਂਦੇ 1539 ਈਸਵੀ ਆ ਗਈ ਹੈ। ਸਾਂਸੀਆਂ ਵਾਲੇ ਕੱਪੜੇ ਪਾ ਲੈਣ, ਜਿਹਨੂੰ ਆਪਣੇ ਗਿੱਦੜ ਮਾਰ ਕੇ ਨੇ, ਹੱਥ 'ਤੇ ਸੋਟਾ ਪਾ ਲਿਆ ਹੈ, ਉਹਨੂੰ ਧਾਨਕ ਵੀ ਕਹਿੰਦੇ ਨੇ। ਗੁਰਬਾਣੀ ਧਾਨਕ ਰੂਪ ਰਹਾ ਕਰਤਾ। ਨਾਲ ਕੋਈ ਕੁੱਤੇ ਲੈ ਲਏ ਨੇ, ਜਾ ਰਹੇ ਨੇ ਸਿੱਖ ਵੀ ਨਾਲ ਨਾਲ ਜਾ ਰਹੇ ਨੇ। ਕੋਈ ਕਹਿੰਦਾ ਸਤਰੇ ਬਤਰੇ ਗਏ ਨੇ ਜੀ, ਦੇਖੋ ਬੁਢਾਪਾ ਆ ਗਿਆ ਹੈ, ਆਹ ਕੀ ਭੇਸ ਧਾਰਨ ਕੀਤਾ ਹੋਇਆ ਹੈ। ਜਿਹੜਾ ਰੇੜੇ ਜਾਂਦਾ ਉਹਦੇ ਡੰਡੇ ਮਾਰਦੇ ਨੇ, ਭੱਜੇ ਸੇ ਕੀ ਲੈਣਾ ਹੈ। ਐਂ ਕਰਦਿਆਂ ਕਰਦਿਆਂ ਸਿਰ 'ਤੇ ਸਿਰ ਭਾਈ ਲੈਣਾ ਜੀ ਰਹਿ ਕੇ, ਬਾਕੀ ਸਰ ਚਲੇ। ਆਪ ਜੀ ਖਲੋ ਗਏ, ਲੈਣੇ ਤੁੜੀ ਜਾਂਦਾ। ਕਹਿੰਦੇ ਮਹਾਰਾਜ ਜੀ ਜਿਨ੍ਹਾਂ ਦਾ ਕੋਈ ਸੀ ਉਹ ਤਾਂ ਉਹਨਾਂ ਕੋਲੇ ਚਲੇ ਗਏ, ਮੇਰਾ ਤਾਂ ਤੁਹਾਡੇ ਤੋਂ ਬਿਨਾਂ ਕੋਈ ਹੈ ਹੀ ਨਹੀਂ, ਇਸ ਲਈ ਮੈਂ ਕਿੱਥੇ ਜਾਵਾਂ। ਜਿਨ੍ਹਾਂ ਦਾ ਕੋਈ ਸੀ ਉਹ ਤਾਂ ਉਹਨਾਂ ਕੋਲੇ ਚਲੇ ਗਏ, ਮੇਰਾ ਤਾਂ ਤੁਹਾਡੇ ਤੋਂ ਬਿਨਾਂ ਕੋਈ ਹੈ ਹੀ ਨਹੀਂ, ਇਸ ਲਈ ਮੈਂ ਕਿੱਥੇ ਤੁਹਾਨੂੰ ਛੱਡ ਕੇ ਜਾਵਾਂ। ਕਹਿੰਦੇ ਅੱਛਾ। ਗੁਰੂ ਮੈਂ ਮਾਇਆ ਵਰਤਾਈ, ਸਾਹਮਣੇ ਚਿੱਟਾ ਕੱਪੜਾ ਹੇਠਾਂ ਲੱਗਦਾ ਜੇ ਮੁਰਦਾ ਹੁੰਦਾ। ਕਹਿੰਦੇ ਅੱਛਾ, ਉਹ ਮੁਰਦਾ ਖਾਓ। ਸਤਿਵਚਨ ਜੀ ਕਹਿੰਦੇ ਬੋਲੋ ਮਹਾਰਾਜ ਜੀ, ਸਿਰ ਵਾਲੇ ਪਾਸੇ ਸ਼ੁਰੂ ਕਰਾਂ ਕਿ ਪੈਰਾਂ ਵਾਲੇ ਪਾਸੇ ਸ਼ੁਰੂ ਕਰਾਂ? ਕਹਿੰਦੇ ਸਿਰ ਵਾਲੇ ਪਾਸੇ ਸ਼ੁਰੂ ਕਰ ਦੇ। ਸਤਿਵਚਨ ਜੀ ਜਦੋਂ ਚਾਦਰ ਚੱਕੀ ਕੀ ਦੇ ਹੇਠਾਂ ਦੇਗ ਦੀ ਪਰਾਤ ਭਰੀ ਹੋਈ ਹੈ, ਅਤੇ ਦੇਖਿਆ ਭਾਈ ਲਹਿਣਾ ਜੀ ਇਮਤਿਹਾਨ ਦੇ ਵਿੱਚ ਪਾਸ ਹੋ ਗਏ ਹਨ। ਅਤੇ ਬਾਬਾ ਬੁੱਢਾ ਜੀ ਨੂੰ ਆ ਕੇ ਕਹਿੰਦੇ ਬਾਬਾ ਜੀ ਤਿਆਰੀ ਕਰ ਲਓ, ਸਵੇਰੇ ਆਪਾਂ ਨੇ ਉਹਨੂੰ ਗੁਰਗੱਦੀ ਦੇਣੀ ਹੈ। ਉਹਦੇ 8 ਅੱਸੂ ਸੀ, ਅੱਸੂ ਦਾ ਮਹੀਨਾ ਹੁੰਦਾ। 8 ਅੱਸੂ 1539 ਈਸਵੀ ਨੂੰ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਬਣਾ ਕੇ ਗੁਰਗੱਦੀ ਦਿੱਤੀ, ਅਤੇ ਆਪ ਜਿਹੜਾ ਹੈ ਜੋਤੀ ਜੋਤ ਸਮਾ ਗਿਆ। ਸੋ ਇੰਨੀ ਮਹਾਨ ਆਤਮਾ ਦਾ ਆਪਾਂ ਨੇ ਸੰਖੇਪ ਰੂਪ ਦੇ ਜੀਵਨ ਵਰਣਨ ਕੀਤਾ ਹੈ, ਕਿਉਂਕਿ ਇੰਨਾ ਸਮਾਂ ਨਹੀਂ ਹੁੰਦਾ, ਨਹੀਂ ਤਾਂ ਫਿਰ ਕਈ ਦਿਨ ਲੱਗ ਜਾਂਦੇ ਨੇ। ਸੋ ਇਹਨੇ ਬਚਨ ਪ੍ਰਵਾਨ ਕਰਨੇ। ਕੱਲ੍ਹ ਨੂੰ ਆਪਾਂ ਗੁਰੂ ਨਾਨਕ ਦੇਵ ਦੀ ਬਾਣੀ ਦੇ ਰਾਹੀਂ ਜੋ ਸਿੱਖਿਆਵਾਂ ਮਿਲੇ ਉਹਨਾਂ ਦਾ ਆਪਾਂ ਵਿਚਾਰ ਕਰਾਂਗੇ। ਕੱਲ੍ਹ ਨੂੰ ਬਾਣੀ 'ਤੇ ਵਿਚਾਰ ਕਰਾਂਗੇ। ਸਤਿਕਾਰਯੋਗ ਸਾਧ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।